GST ਬ੍ਰੇਕ ਫॉर ਫਰਸਟ ਟਾਈਮ ਹੋਮ ਬਾਇਰਸ ਉਹਨੂੰ ਕਨਫਰਮ ਕਰ ਦਿੱਤਾ ਗਿਆ ਜੀ ਕਿ ਇਹਦੇ ਨਾਲ ਹੁਣ ਜੋ ਹੈ ਹਾਊਸਿੰਗ ਮੋਰ ਜਾਂ ਘਰ ਲੈਣਾ ਮੋਰ ਅਫੋਰਡੇਬਲ ਹੋ ਜਾਊਗਾ ਜਾਂ ਫਿਰ ਕੀਮਤਾਂ ਹੋਰ ਵੱਧ ਜਾਣਗੀਆਂ। ਇਹ ਹੋ ਸਕਦਾ ਹੈ, ਇਹ ਹੁੰਦਾ ਉਰੇ ਕਿ ਕੁਝ ਸੈਕਸ਼ਨਸ ਨੂੰ ਪਾਸ ਕਰ ਦਿੱਤਾ ਜਾਵੇ ਤੇ ਓਵਰਆਲ ਜਿਹੜਾ ਬਜਟ ਹੈ ਜੇ ਰਿਜੈਕਟ ਹੋ ਜਾਂਦਾ ਹੈਗਾ, ਵੋਟਿੰਗ ਨਹੀਂ ਮਿਲਦੀ ਉਹਨੂੰ, ਤਾਂ ਫਿਰ ਸਾਰਾ ਹੀ ਰਿਜੈਕਟ ਹੋ ਜਾ, ਸਾਰੇ ਬੈਨੀਫਿਟ ਹੀ ਰਿਜੈਕਟ ਹੋ ਜਾਣਗੇ। ਬੜੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਨਕਮ ਟੈਕਸ ਦੇ ਦੋ ਪੋਰਸ਼ਨ ਨੇ, ਇੱਕ ਫੈਡਰਲ ਟੈਕਸ ਹੈ, ਇੱਕ ਪ੍ਰੋਵਿੰਸ਼ੀਅਲ ਟੈਕਸ ਹੈ, ਅਲਬਰਟਾ ਟੈਕਸ ਹੈ। ਜਿਹੜੇ ਮੈਨੂਫੈਕਚਰਿੰਗ ਬਿਜ਼ਨਸ ਦੇ ਵਿੱਚ ਨੇ ਕਿ ਉਹਨਾਂ ਨੂੰ ਇਸ ਬਜਟ ਦੇ ਵਿੱਚ ਕੋਈ ਫਾਇਦਾ ਹੋਇਆ, ਕੋਈ ਸਪੋਰਟ ਮਿਲੀ ਹੈ ਜਾਂ ਉਹਨਾਂ ਦੀ ਸਪੋਰਟ ਘਟੀ ਹੈ? ਕੋਈ ਸੋਚ ਸਮਝ ਨਹੀਂ ਕੀਤੀ ਗਈ, ਜਸਟ ਬੇਸਿਕਲੀ ਰੂਲ ਲਿਆ ਦਿੱਤਾ ਗਿਆ ਇਹ ਕਰ ਦੋ ਜੀ, ਕਰ ਦੋ। ਲੇਕਿਨ ਜਦੋਂ ਉਹਨੂੰ ਕਰਨ ਲੱਗੇ ਤੇ ਪਤਾ ਚੱਲਿਆ ਵੀ ਇਹ ਤਾਂ ਪੋਸੀਬਲ ਹੀ ਨਹੀਂ, ਇਹਦੇ ਤਾਂ ਬੜਾ ਕੁਝ ਕੰਪਲਿਕੇਟਿਡ ਨੇ। ਇਹ ਸਮਝ ਨਹੀਂ ਆਈ ਤੁਸੀਂ ਕਹਿੰਦੇ ਕੀ ਪਏ ਹੋ। ਹੁਣ ਜੋ ਨਵੀਂ ਗੱਲਬਾਤ ਸਾਹਮਣੇ ਆ ਰਹੀ ਹੈ ਉਹ ਇਹ ਹੈ ਵੀ ਜੋ ਲੋ ਇਨਕਮ ਵਾਲੇ ਕੈਨੇਡੀਅਨਸ ਨੇ ਉਹਨਾਂ ਦੀ ਜੋ ਟੈਕਸ ਫਾਈਲਿੰਗ ਹੈਗੀ ਹੈ ਉਹ CRA ਆਪਣੇ ਆਪ ਆਟੋਮੈਟਿਕਲੀ ਕਰ ਦਿਆ ਕਰੇ। ਤਾਂ ਇਹ ਕਿੱਡਾ ਕੁ ਵੱਡਾ ਸ਼ਿਫਟ ਹੈਗਾ ਜੀ ਪ੍ਰੈਕਟੀਕਲ ਟਰਮਸ ਦੇ ਵਿੱਚ? ਇਟਸ ਅ ਮੇਜਰ ਸ਼ਿਫਟ ਜੀ। ਕੈਨੇਡਾ ਉਸ ਚੀਜ਼ ਬਹੁਤ ਪਿੱਛੇ ਪੈ ਗਿਆ ਕਿ ਹਾਲੇ ਵੀ ਅਸੀਂ ਉਸ ਸਿਸਟਮ ਨੂੰ ਬਣਾ ਨਹੀਂ ਪਾਏ ਕਿ ਅਸੀਂ ਉਹ ਟੈਕਸ ਰਿਟਰਨ ਜਿਹੜੀ ਫਾਈਲ ਹੋ ਜਾਏ। ਪਰ ਯੈਸ, ਇਟ ਵਿਲ ਡੈਫੀਨੇਟਲੀ ਚੇਂਜ ਦ ਲੈਂਡਸਕੇਪ। ਕਿੰਨੀ ਕੈਚਿੰਗ ਅਪ ਕਰਨ ਦੀ ਲੋੜ ਹੈ ਜੇ ਕੈਨੇਡਾ ਨੂੰ ਬਾਕੀ ਕੰਟਰੀਜ਼ ਦੇ ਮੁਕਾਬਲੇ ਜਿਹੜੇ ਕਿ ਐਡਵਾਂਸ ਨੇ? ਕਿੰਨਾ ਕੁ ਪਿੱਛੇ ਅਸੀਂ? ਮੈਂ ਕਹਾਂਗਾ ਜੀ ਅਸੀਂ ਤਾਂ ਖਾਲੀ 10% ਵੀ ਨਹੀਂ ਹੈਗੇ, 10% ਵੀ ਪਿੱਛੇ ਹਾਂ ਅਸੀਂ। ਤੇ ਹੁਣ ਗੁੱਡ ਮਾਰਨਿੰਗ ਕੈਲਗਰੀ ਸ਼ੋਅ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਰੇਸ਼ ਮਦਾਨ ਜੀ, CPA CGA, ਤੇ ਇਹਨਾਂ ਦੇ ਨਾਲ ਅਸੀਂ ਜੋ ਟੈਕਸ ਸਿਸਟਮ ਹੈ ਜਾਂ ਉਸ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ ਹੈਗਾ ਬਜਟ 2025 ਦਾ, ਉਹਦੇ ਬਾਰੇ ਚਰਚਾ ਕਰਾਂਗੇ। ਸੁਰੇਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸ਼ੁਭ, ਥੈਂਕ ਯੂ ਫॉर ਹੈਵਿੰਗ ਮੀ ਜੀ। ਸੁਰੇਸ਼ ਜੀ, ਸਭ ਤੋਂ ਪਹਿਲਾਂ ਬਜਟ ਦੇ ਵਿੱਚ ਜਾਂ ਓਵਰਆਲ ਜਿਸ ਉੱਤੇ ਚਰਚਾ ਹੋ ਰਹੀ ਹੈਗੀ ਹੈ ਵੀ ਪਰਸਨਲ ਸਪੋਰਟ ਵਰਕਰਸ ਨੂੰ $1100 ਦਾ ਕ੍ਰੈਡਿਟ ਦਿੱਤਾ ਗਿਆ ਹੈਗਾ। ਇਹਦਾ ਅਸਲ ਦੇ ਵਿੱਚ ਪਰਪਸ ਕੀ ਲੱਗਦਾ ਤੁਹਾਨੂੰ? ਕੀ ਪਰਪਸ ਹੈ ਤੇ ਇਹਦਾ ਫਾਇਦਾ ਕਿਹਨੂੰ ਹੋਣਾਗਾ? ਬਿਲਕੁਲ ਜੀ। ਸੋ ਬਜਟ ਪਹਿਲਾਂ ਆਪਾਂ ਥੋੜ੍ਹੀ ਜਿਹੀ ਬੈਕਗਰਾਊਂਡ ਨਾਲ ਚੱਲੀਏ ਤਾਂ ਜਿਹੜਾ ਕੈਨੇਡਾ ਦਾ ਬਜਟ ਜਿਹੜਾ ਆਇਆ ਹੈਗਾ ਵੈ ਇਸ ਸਾਲ ਜਾਂ ਨਵੰਬਰ 'ਚ ਆਪਣਾ ਇਸ਼ੂ ਕੀਤਾ ਵੈ। ਜਨਰਲੀ ਸਾਡਾ ਬਜਟ ਜਿਹੜਾ ਹੈਗਾ ਵੈ ਫਰਵਰੀ ਮਾਰਚ ਵਿੱਚ ਇਸ਼ੂ ਹੁੰਦਾ, ਪਰ ਜਸਟ ਬਿਕਾਜ਼ ਆਪਣੇ ਇਲੈਕਸ਼ਨ ਸੀਗੇ ਕਾਰਨੀ ਗਵਰਨਮੈਂਟ ਨੇ ਇਸ ਬਜਟ ਨੂੰ ਆਪਾਂ ਲੇਟ ਕੀਤਾ, ਆਪਾਂ ਨਵੰਬਰ ਦੇ ਵਿੱਚ ਕੀਤਾ ਹੈਗਾ। ਹੋ ਸਕਦਾ ਵੈ ਕਿ ਇਹ ਹੁਣ ਆਪਣਾ ਸਕੈਜੂਲ ਹੀ ਚੇਂਜ ਹੋ ਜਾਏ ਕਿ ਉਹ ਸਕੈਜੂਲ ਨਵੰਬਰ ਦੇ ਵਿੱਚ ਆਪਣਾ ਸ਼ੁਰੂ ਹੋ ਜਾਏ ਨਾ। ਤੋ ਅਗਰ ਅਸੀਂ ਇਸ ਬਜਟ ਦਾ ਇੱਕ ਜਿਹੜਾ ਸਲੋਗਨ ਹੈਗਾ ਨਾ ਆਪਾਂ ਉਹਨੂੰ ਦੇਖਦੇ ਹਾਂ, ਉਹ ਕਹਿੰਦੇ ਜੀ ਕੈਨੇਡਾ ਸਟਰੋਂਗ, ਕਿ ਆਪਾਂ ਆਪਣਾ ਸੈਲਫ ਸਫੀਸ਼ੀਐਂਸੀ। ਸੋ ਅਸੀਂ ਸਮਝਦੇ ਹਾਂ ਕਿ ਹਾਂਜੀ ਸਾਡੇ ਨਾਲ ਆਸ-ਪਾਸ ਬੜੇ ਥ੍ਰੈਟ ਹੋ ਰਹੇ ਨੇ ਇਸ ਟਾਈਮ, ਚਾਹੇ ਉਹਨੂੰ ਅਸੀਂ ਟੈਰਿਫ ਦਾ ਥ੍ਰੈਟ ਕਰੀਏ, ਇਕੋਨਮੀ ਦਾ ਥ੍ਰੈਟ ਕਰੀਏ ਕਿ ਇਕੋਨਮੀ ਬੜੀ ਸਲੋ ਹੈਗੀ ਹੈ ਉਹਦੇ ਨਾਲ ਹੈਗੀ ਹੈ, ਜਾਂ ਫਿਰ ਆਪਣਾ ਪ੍ਰੋਡਕਟੀਵਿਟੀ ਘਟਦੀ ਵੀ ਹੈਗੀ ਹੈ, ਲੇਬਰ ਦੀ ਪ੍ਰੋਬਲਮ ਹੈ, ਬੜੀਆਂ ਚੀਜ਼ਾਂ ਦੀਆਂ ਇਕੱਠੀਆਂ ਐਡ ਹੋ ਰਹੀਆਂ ਮੈਂ। ਉਹਨਾਂ ਨੇ ਉਸ ਬਜਟ ਨੂੰ ਨਾ ਪੂਰਾ ਸਲੋਗਨ ਨਾਲ ਰੱਖਿਆ ਹੋਇਆ ਕਿ ਆਪਾਂ ਕੈਨੇਡਾ 'ਚ ਇੰਟਰਨਲੀ ਇੰਨੇ ਕੁ ਸਟਰੋਂਗ ਹੋ ਜਾਈਏ ਕਿ ਸਾਨੂੰ ਬਾਹਰੋਂ ਨਾ ਕੁਛ ਕਰਨਾ ਪਵੇ ਨਾ। ਗੋਇੰਗ ਬੈਕ ਟੂ ਆਪਾਂ ਇਸ ਦੀ ਪਰਸਨਲ ਸਪੋਰਟ ਵਰਕਰ ਦੀ ਗੱਲ ਕਰਦੇ ਹੈਗੇ ਆ। ਸੋ ਪਰਸਨਲ ਸਪੋਰਟ ਵਰਕਰ ਕੌਣ ਹੈਗਾ ਵੈ? ਸਮਬਡੀ ਜਿਹੜਾ ਆਪਣਾ ਹੈਲਥ ਸੈਕਟਰ ਦੇ ਵਿੱਚ, ਹੌਸਪੀਟਲ ਦੇ ਵਿੱਚ, ਹੋਮ ਕੇਅਰ ਦੇ ਵਿੱਚ, ਜਾਂ ਕੋਈ ਆਪਣੇ ਸੀਨੀਅਰ ਸੈਂਟਰ ਨੇ ਉੱਥੇ ਕਿਤੇ ਉਹ ਕੰਮ ਕਰਦਾ ਹੈਗਾ ਨਾ। ਹੁਣ ਇੱਕ ਬੜੀ ਪ੍ਰੋਬਲਮ ਹੋ ਰਹੀ ਹੈ ਸਰਕਾਰ ਨੂੰ ਕਿ ਉਹਦੇ ਵਿੱਚ ਨਾ ਆਪਣੀ ਸ਼ੋਰਟੇਜ ਹੈ, ਲੇਬਰ ਦੀ ਸ਼ੋਰਟੇਜ ਹੈਗੀ ਕਿ ਸਾਨੂੰ ਬੰਦੇ ਮਿਲਦੇ ਨਹੀਂ ਉਹਦੇ ਵਿੱਚ ਨਾ, ਜਾਂ ਰੀਜ਼ਨ ਕੀ ਹੈ ਇੱਕ ਜੋਬ ਦੀ ਜਿਹੜੀ ਰਿਕੁਆਇਰਮੈਂਟਸ ਨੇ ਜਾਂ ਜੋਬ ਦੇ ਵਿੱਚ ਜੋ ਇੰਟੈਂਸਿਟੀ ਹੈਗੀ ਹੈ ਉਹਦੇ ਵਿੱਚ, ਜਾਂ ਉਹਨਾਂ ਨੂੰ ਇਨਫ ਪੈਸੇ ਨਹੀਂ ਮਿਲਦੇ ਹੈਗੇ, ਜਾਂ ਅਟਰੈਕਸ਼ਨ ਨਹੀਂ ਹੈਗੀ ਕਿ ਕੰਮ ਜ਼ਿਆਦਾ ਵਾ ਪੈਸੇ ਘੱਟ ਹੈਗੇ ਨੇ ਨਾ। ਤਾਂ ਉਸ ਚੀਜ਼ ਨੂੰ ਇੱਕ ਮੰਨ ਕੇ ਗਵਰਨਮੈਂਟ ਨੇ ਉਸ ਚੀਜ਼ ਨੂੰ ਇੱਕ ਬੈਨੀਫਿਟ ਕੱਢਿਆ ਵਾ ਕਿ ਹਾਂਜੀ ਉਹ ਜਿਹੜੇ ਲੋਕ ਹੈਗੇ ਨੇ ਕਿ ਜਿਹੜੇ ਆਪਣੇ ਅਸੀਂ ਪਰਸਨਲ ਸਪੋਰਟ ਵਰਕਰ ਨੇ ਉਹਨਾਂ ਨੂੰ ਕੁਝ ਟੈਕਸ ਕ੍ਰੈਡਿਟ ਦਿੱਤਾ ਜਾਵੇ, ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇ। ਸੋ ਇਹ ਪਰਸਨਲ ਟੈਕਸ ਜਿਹੜਾ ਹੈਗਾ ਵੈ ਆਪਣਾ ਕ੍ਰੈਡਿਟ ਹੈਗਾ ਵੈ ਆਪਣਾ, ਇਸ ਰਿਫੰਡੇਬਲ ਕ੍ਰੈਡਿਟ ਆਪਾਂ ਇੱਕ ਹੋਰ ਡਿਫਰੈਂਸ ਵੀ ਹੈਗਾ, ਮੈਂ ਆਪਾਂ ਕਿਸੇ ਹੋਰ ਟਾਈਮ ਐਕਸਪਲੇਨ ਕਰ ਸਕਦੇ ਹਾਂ। ਰਿਫੰਡੇਬਲ ਅਤੇ ਨੋਨ ਰਿਫੰਡੇਬਲ, ਇਹ ਰਿਫੰਡੇਬਲ ਕ੍ਰੈਡਿਟ ਹੈਗਾ ਵੈ, ਇਹ ਉਹਨਾਂ ਵਾਸਤੇ ਬਣਾਇਆ ਗਿਆ ਹੈਗਾ ਵੈ ਜੀ। ਤੇ ਸੁਰੇਸ਼ ਜੀ, ਜਿਹੜਾ ਡਿਸੇਬਿਲਿਟੀ ਟੌਪ ਆਫ ਬੈਨੀਫਿਟ ਹੈ ਉਹ $150 ਹੈ ਸਿਰਫ। ਬਿਲਕੁਲ। ਇਹਦਾ ਕੋਈ ਮੀਨਿੰਗਫੁਲ ਕੰਟਰੀਬਿਊਸ਼ਨ ਹੈਗਾ, ਕੋਈ ਹੈਲਪ ਕਰਦਾ, ਸਪੋਰਟ ਕਰਦਾ ਹੈਗਾ ਕਿ ਸਿਰਫ ਸਿੰਬੋਲਿਕ ਰਹਿ ਗਿਆ ਹੁਣ? ਨਹੀਂ ਜੀ, ਆਈ ਵੁੱਡ ਸੇ ਕਿ ਐਨੀ ਸਪੋਰਟ ਜਿਹੜੀ ਆਪਣੇ ਅਸੀਂ ਡਿਸੇਬਿਲਿਟੀ ਵਾਲਿਆਂ ਵਾਸਤੇ, ਜਿਹੜੇ ਜੋ ਲੋਕ ਡਿਸੇਬਲਡ ਹੈਗੇ ਉਹਨਾਂ ਵਾਸਤੇ ਮੰਨਦੇ ਹੈਗੇ ਆ, ਸ਼ਾਇਦ ਉਹਨੂੰ ਨਾ ਆਪਣਾ ਡਾਲਰ ਨੰਬਰ ਦੇ ਵਿੱਚ ਕਨਵਰਟ ਕਰਨਾ ਮੁਸ਼ਕਿਲ ਹੈ ਕਿ ਉਹ ਕਿੰਨੀ ਹੈ। ਹੁਣ ਉਸ ਬੰਦੇ ਦੀ ਜਿਹੜੀ ਪੇਨ ਹੈ ਉਹ ਕੁਛ ਹੈਗੀ ਹੈ, ਉਹਨੂੰ ਅਸੀਂ ਕੁਛ ਡਾਲਰ ਨੰਬਰ ਦੇ ਕੇ ਸਪੋਰਟ ਤਾਂ ਕਰ ਰਹੇ ਹਾਂ, ਉਹਦਾ ਕਿੰਨਾ ਕੁ ਫਰਕ ਪੈਂਦਾ, ਉਹਨੂੰ ਕਿੰਨਾ ਕੁ ਉਹਦਾ ਅਸਰ ਹੁੰਦਾ, ਉਹਨੂੰ ਕਿੰਨਾ ਮਿਲਦਾ ਹੈਗਾ ਵੈ, ਇਟਸ ਡਿਫੀਕਲਟ ਟੂ ਐਸਟੀਮੇਟ ਹੁੰਦੇ ਆ। ਸੋ ਜਿਹੜਾ ਡਿਸੇਬਿਲਿਟੀ ਟੈਕਸ ਬੈਨੀਫਿਟ ਹੈ ਪਿਛਲੇ ਸਾਲ ਸ਼ੁਰੂ ਹੋਇਆ ਸੀਗਾ, ਆਪਣੇ ਇਸ ਸਾਲ ਤੋਂ ਸ਼ੁਰੂ ਹੋਇਆ, ਸੌਰੀ ਮਤਲਬ ਅਨਾਊਂਸ ਪਿਛਲੇ ਸਾਲ ਹੋਇਆ ਸੀਗਾ। ਅਤੇ ਉਹਦੇ ਵਿੱਚ ਕੀ ਇੱਕ ਰਿਕੁਆਇਰਮੈਂਟ ਕੀ ਹੈਗੀ ਹੈ ਕਿ
ਅਗਰ ਤੁਸੀਂ ਉਹ ਬੈਨੀਫਿਟ ਲੈਣਾ ਹੈ ਨਾ ਤਾਂ ਤੁਹਾਨੂੰ ਅਸੀਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਜਿਹੜਾ CRA ਦਾ ਹੈਗਾ ਵਾ ਉਹਦੀ ਅਪਰੂਵਲ ਹੋਣੀ ਚਾਹੀਦੀ ਹੈਗੀ ਹੈ ਜੀ। ਨਾਓ ਇਸ਼ੂ ਜਿਹੜਾ ਹੈਗਾ ਵਾ ਕਿ ਉਹ ਅਪਰੂਵਲ ਲੈਣ ਵਾਸਤੇ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਪੈਣਾ ਵਾ, ਉਹਦੇ ਕੋਲੋਂ ਤੁਸੀਂ ਆਪਣਾ ਅਪਰੂਵਲ ਆਪਣਾ ਪੂਰਾ ਸਰਟੀਫਿਕੇਸ਼ਨ ਕਰਵਾਉਣੀ ਹੈਗੀ ਹੈ ਅਤੇ ਫਿਰ ਉਹਨੂੰ ਅਪਲਾਈ ਕਰਨਾ ਵਾ। ਸਮਟਾਈਮਜ਼ ਯੂ ਪ੍ਰੋਬਬਲੀ ਹੈਵ ਟੂ ਹਾਇਰ ਕੋਈ ਆਪਣਾ ਐਕਸਪਰਟ ਵੀ ਹਾਇਰ ਕਰਨਾ ਪੈਂਦਾ ਉਹਦੇ ਵਾਸਤੇ ਅਪਲਾਈ ਕਰਨ ਵਾਸਤੇ, ਉਹਦੀ ਕਾਸਟ ਹੈ। ਸੋ ਹੁਣ ਜਿਹੜਾ ਡਿਸੇਬਲਡ ਬੰਦਾ ਹੈਗਾ ਉਹ ਕਹਿੰਦਾ ਜੀ ਮੈਨੂੰ ਤੁਸੀਂ ਬੈਨੀਫਿਟ ਤਾਂ ਦੇ ਰਹੇ ਹੋ ਜਿਹੜਾ $200 ਮਹੀਨੇ ਦਾ ਦੇ ਰਹੇ ਹੋ, ਪਰ ਮੈਨੂੰ ਆ ਪੈਸੇ ਵੀ ਖਰਚਣੇ ਪੈਂਦੇ ਪਏ ਨੇ ਉਹਨੂੰ ਬੈਨੀਫਿਟ ਨੂੰ ਲੈਣ ਵਾਸਤੇ ਨਾ। ਸੋ ਗਵਰਨਮੈਂਟ ਨੇ ਉਸ ਚੀਜ਼ ਨੂੰ ਮੰਨ ਕੇ ਕਿ ਜੋ ਤੁਹਾਡੀ ਉਹ ਕਾਸਟ ਹੈਗੀ ਉਹਦੇ ਵਾਸਤੇ $150 ਇਟਸ ਅ ਵਨ ਟਾਈਮ, ਇਟਸ ਨਾਟ ਐਵਰੀ ਈਅਰ, ਇਨ ਦੇਅਰ ਵਨ ਟਾਈਮ, ਇੱਕ ਵਾਰੀ ਮਤਲਬ, ਅਤੇ ਉਹਦੀ ਕਾਸਟ ਰਿਕਵਰੀ ਵਾਸਤੇ ਇਹ ਇੱਕ ਵਨ ਟਾਈਮ ਸਪਲੀਮੈਂਟਲ ਦਿੱਤਾ ਹੈਗਾ ਮੈਂ। I would say definitely with all my support for them in there, it's a good thing to have. ਜੀ ਵਿਧਾਨ ਸਾਹਿਬ ਅੰਡਰ ਯੂਜ਼ਡ ਹਾਊਸਿੰਗ ਟੈਕਸ ਨੂੰ ਕੈਂਸਲ ਕਰ ਦਿੱਤਾ ਹੈਗਾ, ਇਹਦਾ ਕੋਈ ਇੰਪੈਕਟ ਪੈਣਾ ਜੀ ਹਾਊਸਿੰਗ ਸਪਲਾਈ ਅਤੇ ਅਫੋਰਡੇਬਿਲਿਟੀ ਦੇ ਉੱਤੇ? ਸੋ ਅਸੀਂ ਪਿੱਛੇ ਮੁੜ ਕੇ ਦੇਖੀਏ ਜੀ ਕਿ ਜਦੋਂ ਅੰਡਰ ਯੂਜ਼ਡ ਹਾਊਸਿੰਗ ਟੈਕਸ ਆਇਆ ਸੀਗਾ, ਜਦੋਂ ਆਇਆ ਸੀਗਾ ਉਹਦਾ ਜਿਹੜਾ ਮੋਟੋ ਸੀਗਾ ਉਹ ਕੀ ਸੀਗਾ ਕਿ ਮਤਲਬ ਕਿਉਂ ਕੱਢਿਆ ਗਿਆ ਸੀਗਾ। ਮਾਰਕੀਟ ਬੜੀ ਹੌਟ ਸੀਗੀ, ਸਪੈਸ਼ਲੀ ਟੋਰੰਟੋ ਵਾਲੀ ਜਿਹੜੀ ਮਾਰਕੀਟ ਸੀਗੀ ਬਹੁਤ ਹੌਟ ਸੀਗੀ, ਪ੍ਰਾਈਸਿਸ ਇੰਨੇ ਜ਼ਿਆਦਾ ਵੱਧਦੇ ਪਏ ਸੀਗੇ ਕਿਉਂਕਿ ਜਿਹੜੇ ਨੋਨ ਰੈਜ਼ੀਡੈਂਟ ਜਿਹੜੇ ਮਤਲਬ ਕੈਨੇਡੀਅਨ ਨਹੀਂ ਹੈਗੇ ਨੇ ਉਹ ਇੱਥੇ ਆ ਕੇ ਬਹੁਤ ਜ਼ਿਆਦਾ ਇਨਵੈਸਟਮੈਂਟ ਕਰਦੇ ਪਏ ਸੀਗੇ, ਬ੍ਰਿੰਗ ਦਾ ਕੈਸ਼, ਹਾਂਜੀ ਕੈਸ਼ ਤੇ ਰਿਲੀਜ਼ ਹੋ ਰਹੀਆਂ ਸੀਗੀਆਂ, ਕੁਝ ਹੋ ਰਹੀਆਂ ਸੀਗੀਆਂ, ਅਤੇ ਆਮ ਜਿਹੜਾ ਕੈਨੇਡੀਅਨ ਬੰਦਾ ਸੀਗਾ ਉਹਨੂੰ ਉਹ ਘਰ ਦੀ ਬੜੀ ਸ਼ਾਰਟੇਜ ਸੀ, ਮਿਲਦਾ ਨਹੀਂ ਸੀਗਾ ਜੀ। ਉਹਨੂੰ ਸਟਾਪ ਕਰਨ ਵਾਸਤੇ ਗਵਰਨਮੈਂਟ ਨੇ ਅੰਡਰ ਯੂਜ਼ਡ ਹਾਊਸਿੰਗ ਟੈਕਸ ਲਗਾਇਆ ਨੋਨ ਰੈਜ਼ੀਡੈਂਟਸ ਦੇ ਉੱਤੇ। ਰਿਮੈਂਬਰ ਇੱਕ ਮੇਰਾ ਮੇਨ ਵਰਡ ਹੈਗਾ ਵੈ, ਇਹ ਕੈਨੇਡੀਅਨਸ ਉੱਤੇ ਨਹੀਂ ਸੀਗਾ, ਇਹ ਨੋਨ ਰੈਜ਼ੀਡੈਂਟ ਵਾਸਤੇ ਸੀਗਾ, ਜਿਹੜੇ ਮਤਲਬ ਫੋਰਨਰਸ ਕਹਿ ਸਕਦੇ ਸੀ ਉਹਨਾਂ ਵਾਸਤੇ ਨਾ। 1% ਟੈਕਸ ਸੀਗਾ ਉਹਦਾ ਉੱਤੇ, ਜਿਹੜੀ ਵੈਲਿਊ ਸੀਗੀ ਪ੍ਰਾਪਰਟੀ ਦੇ ਉੱਤੇ ਨਾ। ਉਹਦੇ ਨਾਲ ਇਹ ਸੀਗਾ ਕਿ ਇੱਕ ਬ੍ਰੇਕ ਲੱਗ ਜਾਵੇ ਕਿ ਜਿਹਦੇ ਵਿੱਚ ਨਾ ਸਾਨੂੰ ਪ੍ਰਾਈਸਿਸ ਥੋੜ੍ਹੇ ਥੱਲੇ ਆ ਜਾਣ, ਠੰਡੇ ਪੈ ਜਾਣ, ਅਤੇ ਥੋੜ੍ਹੀ ਜਿਹੀ ਆਪਣੀ ਸਪਲਾਈ ਵਧੇ ਆਪਣੀ ਹਾਊਸਿੰਗ ਦੀ ਨਾਲ ਨਾ। ਤੋ ਅਨਫੋਰਚੂਨੇਟਲੀ ਜਦੋਂ ਇਹ ਆਇਆ ਨਾ ਆਪਣਾ ਬੈਨੀਫਿਟ ਆਇਆ, ਜਦੋਂ ਆਪਣਾ ਨੋਟ ਬੈਨੀਫਿਟ ਜਦੋਂ ਟੈਕਸ ਆਇਆ ਉਸਦੀ ਉਹਦੀ ਕੰਪਲਾਇੰਸ ਜਿਹੜੀ ਸੀਗੀ ਨਾ ਉਹ ਬਹੁਤ ਡਿਫੀਕਲਟ ਸੀਗੀ। ਉਹਦੇ ਵਿੱਚ ਨਾ ਕੁਝ ਕੈਨੇਡੀਅਨ ਵੀ ਫਸ ਗਏ। ਸੋ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਵਾਂ ਕਿ ਹਾਂਜੀ ਜਿਹੜੀ ਜੈਨੂਅਨ ਐਗਜ਼ਾਮਪਲ ਸੀਗੀ ਉਹ ਸੀਗਾ ਕਿ ਮੇਰਾ ਬ੍ਰਦਰ ਹੈਗਾ ਵੈ, ਉਹ ਨੋਨ ਰੈਜ਼ੀਡੈਂਟ ਹੈ ਜਾਂ ਫੋਰਨਰ ਹੈਗਾ ਵੈ, ਉਹਨੇ ਕਿਹਾ ਵੀ ਫਿਰ ਇੱਥੇ ਆਪਣੀ ਬੈਨ ਵੀ ਲੱਗ ਗਈ ਕਿ ਨੋਨ ਰੈਜ਼ੀਡੈਂਟ ਜਿਹੜੇ ਹੈਗੇ ਉਹ ਆਪਣਾ ਪ੍ਰੋਪਰਟੀ ਨਹੀਂ ਖਰੀਦ ਸਕਦੇ ਹੈਗੇ। ਉਹਨੇ ਮੈਨੂੰ ਕਿਹਾ ਕਿ ਤੂੰ ਇੱਦਾਂ ਕਰ, ਤੂੰ ਆਪਣੇ ਨਾਮ 'ਤੇ ਪ੍ਰੋਪਰਟੀ ਖਰੀਦ ਲੈ, ਪਰ ਹੋਏਗਾ ਨਾਮ ਮੇਰਾ ਹੀ ਪਿੱਛੇ, ਪੈਸੇ ਮੈਂ ਦੇਵਾਂਗਾ, ਸਭ ਕੁਝ ਕਰਾਂਗਾ, ਤੂੰ ਆਪਣੇ ਨਾਮ 'ਤੇ ਖਰੀਦ ਲੈ, ਬਿਕਾਜ਼ ਮੈਂ ਨਹੀਂ ਖਰੀਦ ਸਕਦਾ ਨਾ। ਹੁਣ ਉਸ ਚੀਜ਼ 'ਤੇ ਮੈਨੂੰ ਰਿਪੋਰਟਿੰਗ ਵੀ ਕਰਨੀ ਪੈਣੀ ਸੀਗੀ, ਪਲੱਸ ਉਹਦਾ ਆਫ ਕੋਰਸ ਟੈਕਸ। ਸੋ ਇਹ ਜੈਨੂਅਨ ਐਗਜ਼ਾਮਪਲ ਸੀਗੀ, ਲੇਕਿਨ ਉਹਦੇ ਵਿੱਚ ਜਿਹੜੇ ਰੂਲਸ ਸੀਗੇ ਉਹ ਇੰਨੇ ਕੁ ਕੰਪਲੀਕੇਟ ਸੀਗੇ ਕਿ ਕੁਝ ਲੋਕ ਕੈਨੇਡੀਅਨ ਹੋ ਕਰਕੇ, ਜਿਹਦੇ 'ਚ ਮਤਲਬ ਫੋਰਨ ਦਾ ਕੋਈ ਲਿੰਕ ਨਹੀਂ ਹੈਗਾ, ਉਹਨਾਂ ਨੂੰ ਵੀ ਰਿਟਰਨ ਫਾਈਲ ਕਰਨੀ ਪਈ, ਚਾਹੇ ਉਹਨਾਂ ਦਾ ਟੈਕਸ ਕੋਈ ਨਹੀਂ ਸੀਗਾ। ਓਕੇ, ਸੋ ਇਹ ਕੰਪਲੇਂਟ ਬੜੇ ਦੇਰ ਤੋਂ ਚੱਲਦੀ ਪਈ ਸੀਗੀ। ਫਿਰ ਉਸ ਤੋਂ ਬਾਅਦ ਮਾਰਕੀਟ ਠੰਡੀ ਹੋ ਗਈ। ਹੁਣ ਤੁਸੀਂ ਸਮਝਦੇ ਹੋ, ਚਾਹੇ ਕੈਲਗਰੀ ਲੈ ਲਓ ਚਾਹੇ ਟੋਰੰਟੋ ਲੈ ਲਓ, ਇਸ ਟਾਈਮ ਸਪਲਾਈ ਬਹੁਤ ਜ਼ਿਆਦਾ ਹੈ ਘਰਾਂ ਦੀ ਨਾ ਜੀ। ਤਾਂ ਉਹ ਕਹਿੰਦੇ ਇਹਦਾ ਮਤਲਬ ਕੀ ਹੈ, ਹੁਣ ਜੇ ਹੁਣ ਸਪਲਾਈ ਇੰਨੀ ਜ਼ਿਆਦਾ ਹੈਗੀ ਹੈ ਤੁਸੀਂ ਟੈਕਸ ਕਿਉਂ ਲਗਾ ਕੇ ਰੱਖਿਆ ਹੋਇਆ ਹੈ? ਠੀਕ ਹੈ, ਤੁਸੀਂ ਫੋਰਨਰਸ ਨੂੰ ਬੈਨ ਲਗਾਉਣੀ ਉਹ ਲਗਾਓ, ਮੈਂ ਸਮਝਦਾ ਹੈਗਾ ਵਾ, ਪਰ ਇਹਨੂੰ ਰੋਕੋ। ਸੋ ਉਸ ਚੀਜ਼ ਨੂੰ ਦੇਖ ਕੇ ਆਪਣੀ ਟੈਕਸ ਕਮਿਊਨਿਟੀ ਨੇ ਵੀ ਬੜਾ ਰੌਲਾ ਪਾਇਆ ਸੀਗਾ ਕਿ ਉਹਨੂੰ ਚੜ ਕੇ ਇਹ ਟੈਕਸ ਬੰਦ ਕਰਤਾ ਗਿਆ, ਹੁਣ ਕਰਤਾ ਗਿਆ। ਇਹਦਾ ਅਸਰ ਹੋਏਗਾ? ਆਈ ਡਾਊਟ ਲਿਟਲ, ਕਿਉਂਕਿ ਜਿੰਨੇ ਦਾ ਟੈਕਸ ਲਗਾਇਆ ਸੀ ਬੜੀ ਛੋਟੀ ਜੀ ਮਤਲਬ ਸੀਗੀ ਪਰਸੈਂਟੇਜ ਨੋਨ ਰੈਜ਼ੀਡੈਂਟ, ਨੋਟ ਕੈਨੇਡੀਅਨ ਰੈਜ਼ੀਡੈਂਟਸ ਇਨ ਦੇਅਰ। ਉਹਦਾ ਅਸਰ ਕਿੰਨਾ ਕੁ ਹੋਣਾ ਵੈ? ਆਈ ਵੁੱਡ ਸੇ ਲਿਟਲ ਜੀ, ਨੋਟ ਮਚ। ਉਹਦਾ ਪਹਿਲਾਂ ਵੀ ਇਹੀ ਚੀਜ਼ ਸੀਗੀ ਕਿ ਪਹਿਲਾਂ ਵੀ ਟੈਕਸ ਲਗਾਇਆ ਸੀਗਾ, ਉਹਦਾ ਕੋਈ ਇੰਨਾ ਨਹੀਂ। ਸੋ ਐਵਰੀਬਡੀ ਵਾਸ ਸੇਇੰਗ ਇਟਸ ਅ ਟੈਕਸ ਗ੍ਰੈਬ, ਕਿ ਇਹ ਟੈਕਸ ਬਣਾਉਣ ਵਾਸਤੇ ਕਰ ਲਿਆ ਗਿਆ ਹੈ। ਸੋ ਆਈ ਥਿੰਕ ਇਟਸ ਅ ਵੈਰੀ ਗੁੱਡ ਸਟੈਪ ਇਨ ਦ ਡਾਇਰੈਕਸ਼ਨ। ਵਿਲ ਇਟ ਅਫੈਕਟ ਅਵਰ ਇਕੋਨਮੀ ਔਨ ਦ ਹਾਊਸਿੰਗ? ਆਈ ਡਾਊਟ ਇਟ ਜੀ, ਮੈਨੂੰ ਨਹੀਂ ਲੱਗਦਾ ਇਹ ਚੰਗਾ ਹੋਣਾ ਹੈ। ਵਿਧਾਨ ਸਾਹਿਬ ਬੜੀਆਂ ਕਿਉਂਕਿ ਟੈਕਨੋਲੋਜੀ ਬਹੁਤ ਜ਼ਿਆਦਾ ਇਵੋਲਵ ਹੋ ਰਹੀ ਹੈਗੀ ਹੈ, ਅਤੇ ਉਹਦੇ ਕਰਕੇ ਸਰਕਾਰਾਂ ਵੀ ਹੁਣ ਜਿਹੜੀਆਂ ਉਹਨਾਂ ਝਕਾ ਉੱਧਰ ਹੁੰਦਾ ਜਾਂਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਵਰਤੀਏ। ਹੁਣ ਜੋ ਨਵੀਂ ਗੱਲਬਾਤ ਸਾਹਮਣੇ ਆ ਰਹੀ ਹੈ ਉਹ ਇਹ ਹੈ ਵੀ ਜੋ ਲੋ ਇਨਕਮ ਵਾਲੇ ਕੈਨੇਡੀਅਨਸ ਨੇ ਉਹਨਾਂ ਦੀ ਜੋ ਟੈਕਸ ਫਾਈਲਿੰਗ ਹੈਗੀ ਹੈ ਉਹ CRA ਸ਼ਾਇਦ ਆਪਣੇ ਆਪ ਆਟੋਮੈਟਿਕਲੀ ਕਰ ਦਿਆ ਕਰੇ। ਤਾਂ ਇਹ ਕਿੱਡਾ ਕੁ ਵੱਡਾ ਸ਼ਿਫਟ ਹੈਗਾ ਜੀ ਪ੍ਰੈਕਟੀਕਲ ਟਰਮਸ ਦੇ ਵਿੱਚ? ਇਟਸ ਅ ਮੇਜਰ ਸ਼ਿਫਟ ਜੀ, ਆਈ ਵੁੱਡ ਸੇ। ਸਭ ਤੋਂ ਵੱਡੀ ਇੱਕ ਕੰਪਲੇਂਟ ਜਿਹੜੀ ਟੈਕਸ ਪੇਅਰ ਦੀ ਹੈਗੀ ਨਾ ਇਸ ਟਾਈਮ ਦੇ ਉੱਤੇ ਕਿ ਮੈਂ ਟੈਕਸ ਰਿਟਰਨ ਆਪਣੇ ਆਪ ਨਹੀਂ ਭਰ ਸਕਦਾ। ਮੈਨੂੰ ਟੈਕਸ ਰਿਟਰਨ ਭਰਨ ਵਾਸਤੇ ਮੈਨੂੰ ਕਿਸੇ ਪ੍ਰੋਫੈਸ਼ਨਲ ਕੋਲ ਜਾਣਾ ਪੈਂਦਾ ਜਾਂ ਟੈਕਸ ਪ੍ਰੀਪੇਅਰ ਕੋਲ ਜਾਣਾ ਪੈਂਦਾ ਹੈ। ਜੇ ਤਾਂ ਮੈਂ ਸਿੰਪਲ ਰਿਟਰਨ ਹੈਗੀ ਹੈ ਤਾਂ ਚਲੋ ਮੈਂ ਕੋਈ ਆਮ ਜਿਹੜੇ
ਟੈਕਸ ਪ੍ਰੀਪੇਅਰ ਹੈਗੇ ਨੇ ਉਹਨਾਂ ਕੋਲ ਚਲੇ ਜਾਂਦਾ ਵਾ। ਪਰ ਮੋਸਟ ਆਫ ਦਾ ਟਾਈਮਸ ਜਦੋਂ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਵੀ ਕੰਪਲੀਕੇਸ਼ਨ ਪਾ ਦਈਏ ਜੀ, ਮੈਡੀਕਲ ਐਕਸਪੈਂਸਿਸ ਆ ਗਏ ਨੇ ਜਾਂ ਜੀ ਡੋਨੇਸ਼ਨਸ ਆ ਗਈਆਂ ਜਾਂ ਫਿਰ ਕੋਈ ਮੇਜਰ ਕੈਪੀਟਲ ਗੇਨਸ ਆ ਗਈਆਂ ਹੈ, ਅਤੇ ਮੈਨੂੰ ਇੱਕ CPA ਜਾਂ ਕਿਸੇ ਅਕਾਊਂਟੈਂਟ ਦੇ ਕੋਲ ਜਾਣਾ ਪੈਂਦਾ ਹੈ, ਔਰ ਉਹ ਬੜੇ ਮਹਿੰਗੇ ਹੈਗੇ ਜੀ। ਸਾਫ਼ ਜੀ ਗੱਲ ਮੈਂ ਕਹਾਂ ਜੀ ਕਿ ਪ੍ਰੋਫੈਸ਼ਨਲਸ ਮਹਿੰਗੇ ਨੇ, ਔਰ ਮੈਨੂੰ ਉਹਨੂੰ ਪੇਮੈਂਟ ਕਰਨੀ ਪੈਂਦੀ ਆਪਣੇ ਟੈਕਸ ਰਿਟਰਨ ਭਰਨ ਵਾਸਤੇ। ਮੈਂ ਟੈਕਸ ਤਾਂ ਪੇ ਕਰਨਾ ਵੈ, ਪਰ ਨਾ ਉਹ ਮੈਨੂੰ ਟੈਕਸ ਪੇ ਕਰਨ ਵਾਸਤੇ ਵੀ ਮੈਨੂੰ ਉੱਪਰ ਇੱਕ ਹੋਰ ਟੈਕਸ ਪੇ ਕਰਨਾ ਪੈ ਰਿਹਾ, ਜਿਹੜੀ ਤੁਹਾਡੀ ਫੀਸ ਹੈਗੀ ਹੈ ਉਸ ਚੀਜ਼ ਨਾਲ। ਅਸੀਂ ਐਜ਼ ਏ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਟੈਕਸੇਸ਼ਨ ਸਿਸਟਮ ਨੂੰ ਅਸੀਂ ਦੇਖਦੇ ਹੈਗੇ ਹਾਂ ਤਾਂ ਅਸੀਂ ਪਿੱਛੇ ਹੈਗੇ ਹਾਂ। ਬਾਕੀ ਜਿਹੜੇ ਕੰਟਰੀਜ਼ ਨੇ ਉਹਨਾਂ ਨੇ ਕੀ ਇਹ ਚੀਜ਼ ਨੂੰ ਰੀਅਲਾਈਜ਼ ਕੀਤਾ ਵੈ, ਤਾਂ ਉਹਨਾਂ ਨੇ ਆਟੋਮੇਟਿਡ ਟੈਕਸ ਫਾਈਲਿੰਗ ਸਿਸਟਮ ਜਿਹੜਾ ਆਪਣਾ ਮਤਲਬ ਕਿ ਆਪਣੇ ਆਪ ਤੁਹਾਡੀ ਟੈਕਸ ਰਿਟਰਨ ਫਾਈਲ ਹੋ ਜਾਏਗੀ, ਤੁਹਾਨੂੰ ਫਾਈਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਤਾਂ ਉਹ ਉਹਨਾਂ ਨੇ ਆਲਰੇਡੀ ਇੰਟਰੋਡਿਊਸ ਕੀਤੇ ਹੋਏ ਨੇ। ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਹੋਰ ਕੰਟਰੀਜ਼ ਹੈਗੇ ਨੇ। ਕੈਨੇਡਾ ਉਸ ਚੀਜ਼ ਬਹੁਤ ਪਿੱਛੇ ਪੈ ਗਿਆ ਕਿ ਹਾਲੇ ਵੀ ਅਸੀਂ ਉਹ ਸਿਸਟਮ ਨੂੰ ਬਣਾ ਨਹੀਂ ਪਾਏ ਕਿ ਅਸੀਂ ਉਹ ਟੈਕਸ ਰਿਟਰਨ ਜਿਹੜੀ ਫਾਈਲ ਹੋ ਜਾਏ। ਦੂਜੀ ਪ੍ਰੋਬਲਮ ਇਹ ਹੈਗੀ ਹੈ ਸੀਨੀਅਰਸ ਨੇ ਜਾਂ ਲੋ ਇਨਕਮ ਪੀਪਲ ਨੇ ਜਿਹਨਾਂ ਦੀ ਇਨਕਮ ਬਹੁਤ ਥੋੜ੍ਹੀ ਹੈ, ਜਿਹੜੇ ਆਪਣੇ ਡਿਸੇਬਿਲਟੀ ਦੇ ਉੱਤੇ ਹੈਗੇ ਨੇ, ਕੋਈ ਏਜ ਦੇ ਉੱਤੇ ਹੈਗਾ ਵਾ, ਉਹਦੀ ਕੋਈ ਹੋਰ ਇਨਕਮ ਨਹੀਂ ਹੈਗੀ, ਡਿਸੇਬਲਡ ਹੈਗੇ ਨੇ। ਜਾਂ ਫਿਰ ਸਪੋਜ਼ਿਟਲੀ ਤੁਸੀਂ ਚਾਈਲਡ ਆਪਣਾ ਟੈਕਸ ਬੈਨੀਫਿਟ ਲੈਣਾ ਹੈ, ਕੈਨੇਡਾ ਚਾਈਲਡ ਬੈਨੀਫਿਟ ਲੈਣਾ ਹੈ, ਉਹਦੇ ਵਾਸਤੇ ਵੀ ਤੁਹਾਨੂੰ ਜ਼ਰੂਰਤ ਹੈਗੀ ਇਹ ਰਿਟਰਨ ਭਰਨੀ ਕੰਪਲਸਰੀ ਹੈ ਉਸ ਚੀਜ਼ ਦੇ ਵਾਸਤੇ ਨਾ ਉਹ ਲੋਕ ਕੀ ਨੇ ਕਿ ਮੀਨਸ ਉਹ ਲੋਕ ਖੁਦ ਸ਼ਾਇਦ ਰਿਟਰਨ ਨਹੀਂ ਭਰ ਸਕਦੇ ਹੈਗੇ ਜਾਂ ਕਿਸੇ ਦੀ ਹੈਲਪ ਨਹੀਂ ਲੈ ਸਕਦੇ ਹੈਗੇ, ਅਤੇ ਉਹਨਾਂ ਦੇ ਬੈਨੀਫਿਟ ਰੁਕ ਜਾਂਦੇ ਨੇ। ਅਗਰ ਇੱਕ ਸੀਨੀਅਰ ਪਰਸਨ ਹੈਗਾ ਵੈ, ਜੇ ਸਪੋਜ਼ ਕਰੋ ਕਿ ਉਹ ਆਪਣਾ 30 ਅਪ੍ਰੈਲ ਤੱਕ ਰਿਟਰਨ ਨਹੀਂ ਭਰਦਾ ਤਾਂ ਉਹਦੀ ਪੈਨਸ਼ਨ ਰੁਕ ਜਾਂਦੀ ਹੈਗੀ ਹੈ। ਸੋ ਇਹ ਬੜੀਆਂ ਕੰਪਲੇਂਟਸ ਹੈਗੀਆਂ ਵੈ ਕਿ ਭਈ ਮੇਰੀ ਰਿਟਰਨ ਮੇਰੇ ਬੈਨੀਫਿਟ ਰੁਕ ਗਏ, ਬਾਅਦ 'ਚ ਪਤਾ ਚੱਲਿਆ ਜੀ ਰਿਟਰਨ ਨਹੀਂ ਫਾਈਲ ਹੋਈ। ਉਹ ਕਹਿੰਦਾ ਜੀ ਮੇਰਾ ਤਾਂ ਕੋਈ ਟੈਕਸ ਹੀ ਨਹੀਂ, ਮੈਂ ਸੀਨੀਅਰ ਬੰਦਾ ਵਾਂ, ਮੇਰੀ ਇਨਕਮ ਲੋ ਹੈ, ਮੇਰੇ ਤਾਂ ਕੋਈ ਟੈਕਸ ਹੀ ਨਹੀਂ ਸੀਗਾ, ਮੈਨੂੰ ਰਿਟਰਨ ਕੀ ਉਹਦੀ ਭਰਾਉਂਦੇ ਪਏ ਹੈਗੇ ਉਹ। ਸੋ ਉਸ ਚੀਜ਼ ਨੂੰ ਮੰਨ ਕੇ ਨਾ, ਇਹ ਅੱਜ ਦਾ ਚੀਜ਼ ਨਹੀਂ ਹੈ, ਸਿੰਸ 2020 ਆਪਣਾ ਪਿੱਛੋਂ ਚੱਲਦਾ ਪਿਆ ਹੈਗਾ ਵੈ ਕਿ ਇਹ ਸਿਸਟਮ ਇੰਟਰੋਡਿਊਸ ਕੀਤਾ ਗਿਆ ਸੀ ਕਿ ਆਪਾਂ ਆਟੋਮੈਟਿਕ ਟੈਕਸ ਫਾਈਲਿੰਗ ਕਰੀਏ। ਇਸ ਬਜਟ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਵੀ ਹੁਣ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਕਿ ਇਸ ਨੂੰ ਅਸੀਂ ਜਲਦੀ ਵਾਪਸ ਲੈ ਕੇ ਆਵਾਂਗੇ ਨਾ, ਇਹਨੂੰ ਕਰਾਂਗੇ। ਸੋ ਉਸ ਚੀਜ਼ ਦਾ ਡੈਫੀਨੇਟਲੀ ਲੋ ਇਨਕਮ ਪੀਪਲ ਵਾਸਤੇ ਬੜਾ ਅਸਰ ਪਵੇਗਾ ਕਿ ਹਾਂਜੀ ਤੁਹਾਨੂੰ ਕੰਪਲਾਇੰਸ ਜਿਹੜੀ ਹੈਗੀ ਉਹ ਨਾ ਕਰਨੀ ਪਵੇ, ਤੁਹਾਡੀ ਰਿਟਰਨ ਜਿਹੜੀ ਹੈਗੀ ਉਹ ਸਰਕਾਰ ਆਪਣੇ ਆਪ ਹੀ ਭਰ ਦੇਗੀ, ਤੁਹਾਡੀ ਕਾਸਟ ਬਚੇਗੀ ਔਰ ਟਾਈਮ ਬੜਾ ਬਚੇਗਾ ਉਸ ਚੀਜ਼ ਦੇ ਉੱਤੇ। ਸੋ ਇਹ ਸਿਸਟਮ ਡੈਫੀਨੇਟਲੀ ਵੀ ਆਰ ਲੁਕਿੰਗ ਫਾਰਵਰਡ ਟੂ ਇਟ ਜੀ, ਕਿ ਇਹ ਸਿਸਟਮ ਜਿਹੜਾ ਹੈਗਾ ਵਾ ਗਵਰਨਮੈਂਟ ਬਣਾਵੇ। ਗਵਰਨਮੈਂਟ ਪਿੱਛੇ ਹੈ, ਅਸੀਂ ਸਾਡੇ ਅਗਰ ਟੈਕਸ ਕਮਿਊਨਿਟੀ ਵੱਲੋਂ ਗੱਲ ਕੀਤੀ ਜਾਵੇ, ਗਵਰਨਮੈਂਟ ਪਿੱਛੇ ਹੈਗੀ ਹੈ ਜੀ ਕਿ ਇਹ ਸਿਸਟਮ ਆਲਰੇਡੀ ਇੱਥੇ ਹੋਣਾ ਚਾਹੀਦਾ ਸੀਗਾ। ਪਰ ਯੈਸ, ਇਟ ਵਿਲ ਡੈਫੀਨੇਟਲੀ ਚੇਂਜ ਦ ਲੈਂਡਸਕੇਪ। ਨਾਓ ਕਿੰਨੀ ਕੈਚਿੰਗ ਅਪ ਕਰਨ ਦੀ ਲੋੜ ਹੈ ਹਜੇ ਕੈਨੇਡਾ ਨੂੰ ਬਾਕੀ ਕੰਟਰੀਜ਼ ਦੇ ਮੁਕਾਬਲੇ, ਜਿਹੜੇ ਕਿ ਐਡਵਾਂਸ ਨੇ, ਪੂਰੀ ਤਰ੍ਹਾਂ ਇਸ ਚੀਜ਼ ਦੇ ਉੱਤੇ ਫੋਕਸ ਕਰਕੇ ਉਹ ਟਾਈਮ ਟੂ ਟਾਈਮ ਸਮੇਂ ਸਿਰ ਚੇਂਜਸ ਕਰ ਰਹੇ ਨੇ? ਕਿੰਨਾ ਕੁ ਪਿੱਛੇ ਅਸੀਂ ਆਪਾਂ? ਅਗਰ ਤੁਸੀਂ ਮੈਨੂੰ ਐਜ਼ ਅ ਟੈਕਸ ਪ੍ਰੈਕਟੀਸ਼ਨਰ ਪੁੱਛੋਗੇ ਜੀ ਕਿ ਅਸੀਂ, ਮੈਂ ਕਹਾਂਗਾ ਜੀ ਅਸੀਂ ਤਾਂ ਖਾਲੀ 10% ਵੀ ਨਹੀਂ ਹੈਗੇ, 10% ਵੀ ਪਿੱਛੇ ਹਾਂ ਅਸੀਂ। ਰੀਜ਼ਨ ਕੀ ਹੈਗਾ ਵੈ ਜੀ, ਸਾਡਾ ਟੈਕਸੇਸ਼ਨ ਜਿਹੜਾ ਸਿਸਟਮ ਹੈਗਾ ਨਾ ਉਹ ਬੜਾ ਕੰਪਲੀਕੇਟਿਡ ਹੈ। ਅਸੀਂ ਮਤਲਬ ਆਲਮੋਸਟ ਪੂਰਾ 1 ਘੰਟੇ ਦੀ ਗੱਲ ਖਾਲੀ ਉਹਦੇ 'ਤੇ ਗੱਲ ਕਰ ਸਕਦੇ ਹਾਂ ਕਿ ਹਾਂਜੀ ਲੋਕ ਨੂੰ ਕਿਉਂ ਇੰਨੀ ਪ੍ਰੋਬਲਮ ਹੈ ਕਿ ਟੈਕਸਿਸ ਭਰਨ ਦੀ ਨਾ। ਸਾਡੇ ਟੈਕਸੇਸ਼ਨ ਸਿਸਟਮ ਦੇ ਵਿੱਚ ਇੰਨੇ ਕੁ ਕ੍ਰੈਡਿਟ ਨੇ, ਇੰਨੇ ਕੁ ਡਿਡਕਸ਼ਨਸ ਨੇ, ਇੰਨੀਆਂ ਕੁ ਟੈਕਸੇਸ਼ਨ ਵਾਲੀਆਂ ਚੀਜ਼ਾਂ ਹੈਗੀਆਂ ਵੈ, ਆਮ ਆਦਮੀ ਉਹਨੂੰ ਸਮਝ ਨਹੀਂ ਸਕਦਾ। ਉਹਨੂੰ ਇੱਕ ਆਟੋਮੇਟਿਡ ਫਾਈਲਿੰਗ ਕਿ ਹਾਂਜੀ ਮੈਂ ਕਲਿੱਕ ਕਰਦਾ ਔਰ ਫਾਈਲ ਹੋ ਜਾਏ। ਯੈਸ, ਜੇ ਬੰਦਾ ਇਕੱਲਾ ਇੱਕ ਸੈਲਰੀ ਲੈ ਰਿਹਾ ਹੈਗਾ ਵੈ ਔਰ ਉਹਦੇ ਕੋਲ ਕੁਛ ਹੋਰ ਨਹੀਂ ਹੈਗਾ ਤਾਂ ਸ਼ਾਇਦ ਬਹੁਤ ਸਿੰਪਲ ਹੈ ਇੱਕ ਸੀਨੀਅਰ ਵਾਸਤੇ। ਪਰ ਮੈਨੂੰ ਦੱਸੋ ਕਿ ਕਿਹੜਾ ਬੰਦਾ ਇਸ ਟਾਈਮ ਜਿਹੜਾ ਹੈਗਾ ਵੈ, ਜਿਹੜਾ ਅਗਰ ਮੈਜੋਰਿਟੀ ਦੇਖੀਏ ਇੱਕ ਕਪਲ ਹੈਗਾ ਵੈ, ਹਸਬੈਂਡ ਐਂਡ ਵਾਈਫ ਹੈ, ਵਾਈਫ ਦਾ ਮੈਂ ਕਲੇਮ ਕਰਨਾ ਵੈ ਉਹ ਵੀ ਇੱਕ ਕ੍ਰੈਡਿਟ ਹੈਗਾ ਵੈ, ਮੇਰੇ ਬੱਚੇ ਹੈਗੇ ਨੇ ਉਹਨਾਂ ਦੀ ਡੇ ਕੇਅਰ ਕਲੇਮ ਕਰਨੀ ਨੇ, ਮੇਰੇ ਬੱਚੇ ਸਪੋਜ਼ ਕੋਈ ਹੋਰ ਆਪਣਾ ਡੇ ਕੈਂਪ 'ਤੇ ਜਾਂਦੇ ਨੇ ਉਹਦਾ ਕ੍ਰੈਡਿਟ ਹੈਗਾ ਵੈ, ਮੈਂ ਜੀ ਆਪਣੇ ਮੰਦਿਰ ਗੁਰਦੁਆਰੇ ਡੋਨੇਸ਼ਨ ਕੀਤੀ ਹੈ ਮੈਂ ਉਹਦਾ ਵੀ ਕ੍ਰੈਡਿਟ ਹੈਗਾ ਵੈ, ਰੱਬ ਨਾ ਕਰੇ ਘਰ 'ਚ ਡਿਸੇਬਿਲਿਟੀ ਹੈਗੀ ਹੈ ਤਾਂ ਮੈਂ ਉਹਨੂੰ ਵੀ ਕਲੇਮ ਕਰਨਾ ਵੈ, ਅਤੇ ਮੇਰੇ ਪੇਰੈਂਟਸ ਵੀ ਮੇਰੇ ਨਾਲ ਰਹਿੰਦੇ ਆ ਜੀ ਉਹਨਾਂ ਦਾ ਵੀ ਕਲੇਮ ਕਰਨਾ ਵੈ। ਇੰਨੀਆਂ ਗੱਲਾਂ ਤਾਂ ਮੈਂ ਤਾਂ ਹਾਲੇ ਤੁਹਾਨੂੰ ਖਾਲੀ 1 ਸੈਕਿੰਡ 'ਚ ਕਹੀਆਂ ਜੀ, ਮੇਰੇ ਕੋਲ ਤਾਂ 10 ਲਿਸਟ ਹੋਰ ਵੀ ਹੋਣੀ ਹੈਗੀ ਹੈ। ਇੰਨੀਆਂ ਗੱਲਾਂ ਨੂੰ ਸਾਰਿਆਂ ਨੂੰ ਸਮਝਣਾ, ਕਰਨਾ, ਉਹਦੇ ਵਿੱਚ ਪਾਣਾ ਇਜ਼ ਅ ਵੈਰੀ ਕੰਪਲੀਕੇਟਿਡ ਸਿਸਟਮ ਜੀ। ਸੋ ਆਟੋਮੇਟਿਡ ਟੈਕਸ ਫਾਈਲਿੰਗ ਸਿਸਟਮ ਇਜ਼ ਅ ਗ੍ਰੇਟ ਆਈਡੀਆ। ਪਹਿਲੀ ਗੱਲ ਤਾਂ ਇਹ ਹੈ ਕਿ ਮੀਨਸ ਵੀ ਡੋਂਟ ਈਵਨ ਹੈਵ ਅ ਸਿਸਟਮ, ਕੋਈ ਆਨਲਾਈਨ ਸਿਸਟਮ ਹੈ ਹਾਲੇ ਤਾਂ ਫੋਨ ਦੇ ਉੱਤੇ ਹੈ ਜੀ ਸਿਸਟਮ, ਫੋਨ ਦੇ ਉੱਤੇ ਗੱਲ ਕਰਕੇ ਰਿਟਰਨ ਭਰਾਂਗੇ ਅਸੀਂ। ਆਪਾਂ ਕਿਹੜੇ ਵਰਲਡ ਵਿੱਚ ਰਹਿ ਰਹੇ ਹਾਂ ਜਿਹੜਾ ਅੱਜ ਕੱਲ੍ਹ ਤਾਂ ਆਨਲਾਈਨ ਦਾ ਸਿਸਟਮ ਜਿਹੜਾ ਹੈਗਾ ਵੈ ਕਿ ਆਨਲਾਈਨ ਜਾਂਦੇ ਹਾਂ, ਕਲਿੱਕ ਕਰਦੇ ਹਾਂ, ਫਾਈਲ ਕਰਦੇ ਹਾਂ। ਅਸੀਂ ਤਾਂ ਹਾਲੇ ਫੋਨ ਸਿਸਟਮ ਤੋਂ ਨਹੀਂ ਵੱਧਦੇ ਅੱਗੇ। ਔਰ ਹਾਲੇ ਮੇਰੇ ਖਿਆਲ 'ਚ ਮੇਰਾ ਲਾਸਟ ਜਿਹੜੇ ਮੇਰੇ ਕੋਲ ਸਟੈਟਿਸਟਿਕਸ ਤਾਂ ਨਹੀਂ ਹੈਗੇ ਹੈ, ਬਟ ਲੈਸ ਦੈਨ 5% ਪੀਪਲ ਜਿਹਨਾਂ ਨੂੰ ਆਪਾਂ ਟਾਰਗੇਟ ਕੀਤਾ ਵਾ, ਜਿਹਨਾਂ ਦੀ ਰਿਟਰਨਾਂ ਭਰਨੀਆਂ ਹਾਲੇ,
ਸੋ ਉਸ ਤੋਂ ਬਹੁਤ ਪਿੱਛੇ ਹਾਂ ਜੀ। ਜੀ ਬਿਲਕੁਲ। ਸੁਰੇਸ਼ ਜੀ, ਜਿਹੜੇ ਮੈਨੂਫੈਕਚਰਿੰਗ ਬਿਜ਼ਨਸ ਦੇ ਵਿੱਚ ਨੇ, ਕਿ ਉਹਨਾਂ ਨੂੰ ਇਸ ਬਜਟ ਦੇ ਵਿੱਚ ਕੋਈ ਫਾਇਦਾ ਹੋਇਆ, ਕੋਈ ਸਪੋਰਟ ਮਿਲੀ ਹੈ ਜਾਂ ਉਹਨਾਂ ਦੀ ਸਪੋਰਟ ਘਟੀ ਹੈ? ਓਵਰਆਲ ਜਿਹੜੇ ਬਿਜ਼ਨਸ ਟੈਕਸ ਪੇ ਕਰਦੇ ਨੇਗੇ, ਉਹਨਾਂ ਨੂੰ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ? ਐਬਸੋਲਿਊਟਲੀ ਜੀ। ਸੋ ਆਪਾਂ ਜਦੋਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਜਿਹੜਾ ਬਜਟ ਦਾ ਸਲੋਗਨ ਹੈ ਕਿ ਕੈਨੇਡਾ ਸਟਰੋਂਗ, ਉਹਦਾ ਸਲੋਗਨ ਦਾ ਮੀਨਿੰਗ ਇਹ ਸੀਗਾ ਕਿ ਆਪਾਂ ਪਿਛਲੇ ਹਾਲੇ ਪਰਸੋਂ ਨਿਊਜ਼ ਵੀ ਆਈ ਸੀਗੀ ਕਿ ਪ੍ਰਾਈਮ ਮਿਨਿਸਟਰ ਕਾਰਨੀ ਨੇ ਕਿਹਾ ਹੈ ਕਿ ਹਾਂਜੀ ਬਾਏ ਕੈਨੇਡੀਅਨ, ਕਿ ਆਪਾਂ ਕੈਨੇਡਾ ਦੇ ਵਿੱਚ ਆਪਾਂ ਸੈਲਫ ਸਫੀਸ਼ੀਐਂਟ ਹੋਈਏ, ਅਸੀਂ ਕੈਨੇਡਾ ਦੀ ਪ੍ਰੋਡਕਟੀਵਿਟੀ ਇੰਨੀ ਕੋਈ ਇਨਕਰੀਜ਼ ਕਰੀਏ ਕਿ ਸਾਨੂੰ ਬਾਹਰਲੇ ਲੋਕਾਂ 'ਤੇ ਡਿਪੈਂਡ ਹੀ ਨਾ ਹੋਣਾ ਪਵੇ ਉਸ ਚੀਜ਼ ਦੇ ਉੱਤੇ ਨਾ। ਉਸ ਚੀਜ਼ ਨੂੰ, ਇੱਕ ਗੱਲ ਨੂੰ ਮੰਨ ਕੇ ਉਹਨੂੰ ਅਸੀਂ ਕਿੱਦਾਂ ਸਪੋਰਟ ਕਰੀਏ ਕਿ ਆਪਣੇ ਜਿਹੜੇ ਬਿਜ਼ਨਸ ਕਮਿਊਨਿਟੀ ਹੈਗੀ ਹੈ ਕਿ ਉਹ ਬਿਜ਼ਨਸ ਜਿਹੜਾ ਹੈਗਾ ਹੋਰ ਵਧਾ ਸਕਣ, ਹੋਰ ਇਕਨੋਮਿਕਸ ਨੂੰ ਵਧਾ ਸਕਣ। ਆਪਣੇ ਕੋਲ ਇੱਕ ਜਿਹੜਾ ਕਨਸੈਪਟ ਹੁੰਦਾ ਵੈ ਟੈਕਸੇਸ਼ਨ ਦੇ ਵਿੱਚ, ਉਹਨੂੰ ਕਹਿੰਦੇ ਨੇ ਜੀ ਕੈਪੀਟਲ ਕਾਸਟ ਅਲਾਊਂਸ। ਨਾਓ ਦਿਸ ਇਜ਼ ਫॉर, ਇਹ ਆਪਣਾ ਜਿਹੜੀ ਗੱਲ ਚੱਲ ਰਹੀ ਹੈ ਬਿਜ਼ਨਸ ਵਾਲਿਆਂ 'ਤੇ ਚੱਲ ਰਹੀ ਹੈ, ਚਾਹੇ ਉਹ ਸੈਲਫ ਇੰਪਲੋਇਡ ਹੋਣ ਜਾਂ ਫਿਰ ਆਪਣੇ ਕਾਰਪੋਰੇਸ਼ਨਸ ਹੋਣ ਜਿਨ੍ਹਾਂ ਦੇ ਹੈਗੇ ਨਾ, ਇੰਡੀਵਿਜੂਅਲ ਵਾਸਤੇ ਨਹੀਂ ਹੈਗਾ। ਤਾਂ ਉਹ ਜਦੋਂ ਕੈਪੀਟਲ ਕਾਸਟ ਅਲਾਊਂਸ ਦਾ ਮਤਲਬ ਕੀ ਹੁੰਦਾ ਹੈ ਕਿ ਜੇ ਸਪੋਜ਼ ਕਰੋ ਕਿ ਤੁਸੀਂ ਕੋਈ ਐਸੈਟ ਬਾਏ ਕਰਦੇ ਹੋ ਜਾਂ ਕੋਈ ਮਸ਼ੀਨਰੀ ਬਾਏ ਕਰਦੇ ਹੋ, ਤੁਸੀਂ ਬਿਲਡਿੰਗ ਬਣਾਉਂਦੇ ਹੋ ਉਸ ਵਾਸਤੇ, ਤਾਂ ਉਹਦੇ ਤੁਸੀਂ ਇੱਕ ਡੈਪਰੀਸੀਏਸ਼ਨ ਜਾਂ ਕੈਪੀਟਲ ਕਾਸਟ ਅਲਾਊਂਸ ਕਲੇਮ ਕਰਦੇ ਹੋ। ਜਦੋਂ ਉਹ ਕਲੇਮ ਕਰਦੇ ਹੋ ਤੁਹਾਨੂੰ ਉਹਦੇ 'ਤੇ ਉਹ ਟੈਕਸ ਬਚਦਾ ਹੈਗਾ ਵੈ। ਸੋ ਇੱਕ ਛੋਟੀ ਜਿਹੀ ਡੈਫੀਨੇਸ਼ਨ ਹੈ ਕਿ ਸਪੋਜ਼ ਕਰੋ ਕਿ ਤੁਸੀਂ ਆਪਣੀ ਇੱਕ ਮਸ਼ੀਨਰੀ ਜਿਹੜੀ ਸੀਗੀ $1 ਲੱਖ ਦੀ ਖਰੀਦੀ ਹੈ, ਤਾਂ ਉਹਦੀ ਵੈਲਿਊ, ਉਹਦੀ ਜਿਹੜੀ ਆਪਣੀ ਲਾਈਫ ਹੈਗੀ ਹੈ ਉਹ 10 ਸਾਲ ਹੈ। ਸੋ ਤੁਸੀਂ ਹਰ ਸਾਲ $10,000 ਉਹਨੂੰ ਸਪੋਜ਼ ਕਲੇਮ ਕਰਦੇ ਹੋ ਤਾਂ 10,000 ਦੇ ਤੁਹਾਨੂੰ ਟੈਕਸ ਬਚਦਾ ਹੈਗਾ ਵੈ, ਕਿਉਂਕਿ 1 ਸਾਲ ਬਾਅਦ 10 ਸਾਲ ਬਾਅਦ ਉਹਦੀ ਵੈਲਿਊ ਖਤਮ ਹੋ ਜਾਣੀ ਹੈਗੀ ਹੈ। ਉਸ ਚੀਜ਼ ਨੂੰ ਜਿਹੜਾ ਸੀਗਾ ਬਿਲਡਿੰਗਸ, ਜਦੋਂ ਗੱਲ ਕਰਦੇ ਹਾਂ ਬਿਲਡਿੰਗਸ ਦੇ ਉੱਤੇ ਤੁਹਾਨੂੰ 4% ਮਿਲਦਾ ਵੈ ਜਿਹੜਾ ਜ਼ਬਾਨੀ ਹੈਗਾ ਵੈ। ਸੋ ਦੈਟ ਮੀਨਸ ਰਫਲੀ ਕਹਿ ਲਓ ਕਿ 25 ਸਾਲ। ਆਫ ਕੋਰਸ ਲਾਈਫ ਇਜ਼ ਮੋਰ ਦੈਨ 25 ਸਾਲ ਵਾਸਤੇ ਨਾ ਬਿਲਡਿੰਗ ਵਾਸਤੇ ਨਾ। ਗਵਰਨਮੈਂਟ ਨੇ ਉਹਨੂੰ ਜਿਹੜਾ ਹੈਗਾ ਵੈ ਕਿ ਉਹਨੂੰ ਸਪੋਰਟ ਕਰਨ ਵਾਸਤੇ, ਅਗਰ ਸਪੋਜ਼ ਤੁਸੀਂ ਬਿਲਡਿੰਗ ਜਿਹੜੀ ਹੈਗੀ ਮੈਨੂਫੈਕਚਰਿੰਗ ਸੈਕਟਰ ਵਾਸਤੇ ਬਣਾ ਰਹੇ ਹੋ, ਸੋ ਸਪੋਜ਼ ਤੁਸੀਂ ਇੱਕ ਨਵਾਂ ਪਲਾਂਟ ਲਗਾ ਰਹੇ ਹੋ ਜਿਹਦੇ ਤੁਸੀਂ ਮੈਨੂਫੈਕਚਰਿੰਗ ਕਰਨੀ ਹੈ, ਤੁਸੀਂ ਉਹਦੀ ਬਿਲਡਿੰਗ ਬਣਾ ਰਹੇ ਹੋ। ਹੁਣ ਉਹ ਬਿਲਡਿੰਗ ਕੁਡ ਬੀ $1 million, $2 million, ਕੁਡ ਬੀ $5 million ਨਾ ਉਸ ਚੀਜ਼ ਨਾਲ। ਉਹ ਕਹਿੰਦੇ ਆ ਕਿ ਤੁਸੀਂ ਉਹ ਜਿਹੜੀ ਬਿਲਡਿੰਗ ਬਣਾਉਣ ਦਾ ਖਰਚਾ ਵੈ, ਸੋ ਲੌਂਗ ਤੁਸੀਂ 90% ਉਹਨੂੰ ਤੁਸੀਂ ਮੈਨੂਫੈਕਚਰਿੰਗ ਸੈਕਟਰ ਵਾਸਤੇ ਯੂਜ਼ ਕਰ ਰਹੇ ਹੋ। ਤੁਸੀਂ ਇਹ ਨਹੀਂ ਕਿ 50% ਮੈਨੂਫੈਕਚਰਿੰਗ, 50% ਮੈਂ ਰੈਂਟ 'ਤੇ ਦੇ ਦਿੱਤੀ, ਨਹੀਂ, ਇੱਦਾਂ ਨਹੀਂ ਹੈਗਾ। ਉਹਨੂੰ ਕਰ ਰਹੇ ਹੋ, ਤੁਸੀਂ ਸਾਰੇ ਦੀ ਸਾਰੀ ਕਾਸਟ ਆਪਣੀ ਟੈਕਸੇਬਲ ਇਨਕਮ ਦੇ ਵਿੱਚੋਂ ਘਟਾ ਸਕਦੇ ਹੋ। ਹੁਣ ਸਪੋਜ਼ ਕਰੋ ਕਿ ਮੇਰੀ ਇਨਕਮ ਹੈਗੀ ਹੈ ਜੀ $1 million, ਠੀਕ ਹੈ। ਹੁਣ $1 million ਉੱਤੇ ਜਿਹੜਾ ਟੈਕਸ ਬਣਦਾ ਹੈਗਾ ਵਾ ਉਹ ਰਫਲੀ ਕਹਿ ਲਓ ਕਿ 1,80,000, 1,02,000 ਬਣ ਸਕਦਾ ਹੈਗਾ। ਮੈਂ ਇੱਦਾਂ ਕਰ ਸਕਦੇ ਹੈਗੇ ਆ। ਹੁਣ ਜਿਹੜਾ ਉਹ ਟੈਕਸ ਹੈਗਾ, ਅਗਰ ਸਪੋਜ਼ ਤੁਸੀਂ $1 million ਦੀ ਬਿਲਡਿੰਗ ਬਣਾਈ ਹੈ, ਤੁਹਾਡਾ ਟੈਕਸ 0 ਹੋ ਜਾਏਗਾ। ਹੁਣ ਉਹੀ ਜਿਹੜਾ $1.5-2 ਲੱਖ ਦਾ ਟੈਕਸ ਬਚਾਇਆ, ਜਿਹੜਾ ਤੁਸੀਂ ਨਹੀਂ ਪੇ ਕੀਤਾ ਆਪਣਾ, ਤੁਸੀਂ ਰਾਈਟ ਅਵੇ ਉਹਨੂੰ ਕਲੇਮ ਕਰ ਲਿਆ, ਉਹ ਪੈਸਾ ਤੁਸੀਂ ਵਾਪਸ ਆਪਣੇ ਬਿਜ਼ਨਸ ਦੇ ਵਿੱਚ ਰੀਇਨਵੈਸਟ ਕਰ ਸਕਦੇ ਹੋ। ਉਸ $2 ਲੱਖ ਦੇ ਨਾਲ ਤੁਸੀਂ ਹੋਰ ਬਿਜ਼ਨਸ ਨੂੰ ਗਰੋ ਕਰ ਸਕਦੇ ਹੈਗੇ। ਤਾਂ ਉਹ ਜਦੋਂ ਬਿਜ਼ਨਸ ਨੂੰ ਗਰੋ ਕਰੋਗੇ ਤਾਂ ਉਹਦੇ ਨਾਲ ਇਕੋਨਮੀ ਵਧੇਗੀ ਅਤੇ ਨਾਲ ਆਪਣੀ ਮੋਰ ਜੌਬਸ ਆਉਣਗੀਆਂ, ਤਾਂ ਉਹਦਾ ਇੱਕ ਬੈਨੀਫਿਟ ਹੋਏਗਾ। ਸੋ ਇਹ ਬੜਾ ਵੱਡਾ ਬੈਨੀਫਿਟ ਹੈ ਜੀ, ਇਹ ਸਮੋਲ ਬੈਨੀਫਿਟ ਨਹੀਂ ਹੈ। ਮੈਨੂਫੈਕਚਰਿੰਗ ਬਿਲਡਿੰਗਸ, ਜਿਹੜੀ ਬਿਲਡਿੰਗ ਦੀ ਆਪਾਂ ਵੈਲਿਊ ਗੱਲ ਕਰਦੇ ਹਾਂ, ਜਿਹੜਾ ਉੱਦਾਂ ਸਿਰਫ 4% ਹੋਣਾ ਸੀਗਾ, ਨਾਓ ਇਟਸ 100%। ਦੈਟਸ ਅ ਬਿਗ ਬੂਸਟ ਇਨ ਦੇਅਰ। ਸੋ ਬਿਜ਼ਨਸ ਸੈਕਟਰ ਦੇ ਵਿੱਚ ਇਹ ਜਿਹੜਾ ਇੱਕ ਬੈਨੀਫਿਟ ਆਇਆ ਹੈਗਾ ਵੈ, ਇਹ ਇਜ਼ ਅ ਵੈਰੀ ਗੁੱਡ ਬੈਨੀਫਿਟ ਜੀ। ਇਮੀਡੀਏਟ ਐਕਸਪੈਂਸਿਸ ਆਪਾਂ ਨੂੰ ਕਹਿੰਦੇ ਹੈਗੇ ਜੀ। ਸੁਰੇਸ਼ ਜੀ, ਦੂਜੇ ਪਾਸੇ ਜਿਹੜੇ ਸਰਕਾਰ ਕਹਿ ਰਹੀ ਹੈ ਵੀ ਜਿਹੜੇ ਫਸਟ ਟੈਕਸ ਬ੍ਰੈਕਟ ਨੇ ਉਹਨੂੰ ਹੌਲੀ ਹੌਲੀ ਅਸੀਂ ਘਟਾਵਾਂਗੇ, ਲੋਅ ਕਰਾਂਗੇ, ਵਿਦ ਸਮਾਂ ਲੱਗੂਗਾ ਬਟ ਕਰਦੇ ਜਾਵਾਂਗੇ। ਐਵਰੇਜ ਜਿਹੜਾ ਟੈਕਸ ਪੇਅਰ ਹੈ ਉਹਨੂੰ ਇਹ ਗੱਲ ਦਾ ਕਦੋਂ ਅਹਿਸਾਸ ਹੋਊਗਾ ਵੀ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਹੈਗਾ, ਵੀ ਚੇਂਜਿਸ ਆਉਣੀਆਂ ਸ਼ੁਰੂ ਹੋ ਗਈਆਂ, ਇਹ ਉਹਨਾਂ ਨੂੰ ਕਦੋਂ ਰਿਅਲਾਈਜੇਸ਼ਨ ਹੋਊਗੀ? ਦੇਖੋ ਜੀ, ਜਿਹੜੀ ਪਹਿਲੀ ਬ੍ਰੈਕਟ ਹੈਗੀ ਨਾ, ਜਿਹੜੀ ਟੈਕਸੇਸ਼ਨ ਦੀ ਬ੍ਰੈਕਟ ਉਹ ਇਸ ਟਾਈਮ 15% ਸੀਗੀ, ਜਿਹੜੀ ਆਪਣੀ ਸੀ 15% ਬ੍ਰੈਕਟ ਨੂੰ ਉਹਨਾਂ ਨੇ 14.5% ਜਿਹੜਾ ਹੈਗਾ ਵੈ 2025 'ਚ ਕੀਤਾ ਵੈ, ਅਤੇ 2026 ਦੇ ਵਿੱਚ ਉਹਨੂੰ 14% ਕਰ ਦਿੱਤਾ ਜਾਏਗਾ। ਸੋ 0.5% ਅਤੇ 1% ਘੱਟ ਜਾਣੀ ਹੈਗੀ। ਨਾਓ ਜਦੋਂ ਆਪਾਂ ਟੈਕਸੇਸ਼ਨ ਦੀ ਗੱਲ ਕਰਦੇ ਹਾਂ ਨਾ, ਅਸੀਂ ਉਹਨੂੰ ਅਗਰ ਦੇਖੀਏ, ਪਿਰਾਮਿਡ ਦੇਖੀਏ ਕਿ ਜਿਹੜਾ ਲੋਅਰ ਲੈਵਲ 'ਤੇ ਹੈ ਆਮ ਆਦਮੀ ਜਿਹੜਾ ਹੈਗਾ ਉਹ ਪਹਿਲੀ ਬ੍ਰੈਕਟ ਨੂੰ ਟੱਚ ਕਰੇਗਾ ਜੀ, ਰਾਈਟ, ਅਨਲੈਸ ਤੁਹਾਡੀ ਲੋ ਇਨਕਮ ਬਿਲਕੁਲ ਹੈਗੀ ਹੈ। ਜਿਹੜੀ ਆਪਣੇ ਉਸ ਤੋਂ ਬਾਅਦ ਮਿਡਲ ਇਨਕਮ ਆ ਗਏ ਜਾਂ ਹਾਇਰ ਇਨਕਮ ਆ ਗਏ ਨਾ, ਜਿਹੜੀ ਉੱਪਰ 2.5 ਲੱਖ 3 ਲੱਖ ਵਾਲੀ ਬ੍ਰੈਕਟ ਹੈ ਉਹਨੂੰ ਹਾਈ ਇਨਕਮ ਵਾਲਾ ਟੱਚ ਕਰੇਗਾ। 47% ਬ੍ਰੈਕਟ ਜਿਹਨੂੰ ਕਹਿੰਦੇ ਹੈਗੇ ਨਾ ਆਪਾਂ, ਠੀਕ ਹੈ। ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਸੀਂ ਲੋਐਸਟ ਬ੍ਰੈਕਟ, ਜਿਹੜੀ ਪਹਿਲੀ ਬ੍ਰੈਕਟ ਹੈ, ਉਹਨੂੰ ਘੱਟ ਕਰਦੇ ਹੋ ਤਾਂ ਹਰ ਬੰਦੇ ਨੂੰ ਫਰਕ ਪੈਂਦਾ ਹੈ।
ਜੀ ਬਿਕਾਜ਼ ਹਰ ਬੰਦਾ ਉਹਦੇ 'ਤੇ, ਚਾਹੇ ਉਹ ਲੋ ਇਨਕਮ ਹੈ, ਚਾਹੇ ਉਹ ਮਿਡਲ ਇਨਕਮ ਹੈ, ਚਾਹੇ ਉਹ ਹਾਇਰ ਇਨਕਮ ਹੈ, ਉਹਨੂੰ ਟੈਕਸ ਦਾ ਫਰਕ ਪੈਣਾ ਹੀ ਪੈਣਾ ਹੈਗਾ ਵੈ। ਸੋ ਉਹਦਾ ਜਿਹੜਾ ਇਫੈਕਟ ਹੈਗਾ ਨਾ ਉਹ ਇਮੀਡੀਏਟ ਹੈ। ਦੈਟ ਮੀਨਸ ਤੁਹਾਡੀ ਪੋਕਟ ਦੇ ਵਿੱਚ ਪੈਸੇ ਜਿਹੜੇ ਹੈਗੇ ਆ ਰਾਈਟ ਅਵੇ ਆ ਜਾਣੇ। ਸੋ ਅਗਰ ਮੈਂ ਸਪੋਜ਼ 1% ਦੀ ਗੱਲ ਕਰਦਾ ਵਾਂ, $420 ਬਚਦੇ ਨੇ ਨਾ। ਸ਼ਾਇਦ ਜਿਹੜਾ ਬੰਦਾ $3 ਲੱਖ ਕਮਾ ਰਿਹਾ ਉਹਦੇ ਵਾਸਤੇ $420 ਸ਼ਾਇਦ ਨਾ ਕੋਈ ਇੰਨੇ ਵੱਡੇ ਹੋਣ, ਲੇਕਿਨ ਜਿਹੜਾ ਆਮ ਆਦਮੀ 25-30 ਹਜ਼ਾਰ ਕਮਾ ਰਿਹਾ ਉਹਦੇ ਵਾਸਤੇ $420 ਵੀ ਬੜੇ ਵੱਡੇ ਹੈ ਜੀ। ਐਜ਼ ਅ ਫੈਮਿਲੀ $840 ਹੋ ਜਾਂਦੇ ਆ, ਕਿਉਂਕਿ ਹਸਬੈਂਡ ਵਾਈਫ ਦੋਨੋਂ ਹੋ ਜਾਂਦੇ ਹੈਗੇ ਨੇ। ਤੋ ਇਸ ਮੇਕਸ ਅ ਮੇਜਰ ਇਫੈਕਟ ਇਨ ਦੇਅਰ। ਸੋ ਨਾਓ ਇਹ ਰੇਟ ਹੋਰ ਥੱਲੇ ਜਾਏਗੀ ਜਾਂ ਨਹੀਂ ਜਾਏਗੀ, ਆਪਾਂ ਸ਼ਾਇਦ ਜਜਮੈਂਟਲ ਹੋਏਗਾ। ਇੱਕ ਟਾਈਮ ਸੀਗਾ 17% ਸੀਗੀ ਜਦੋਂ ਮੈਂ ਟੈਕਸਸ ਨੇ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ, ਉਹ 17% ਹੁੰਦੀ ਸੀਗੀ। ਸੋ 17 ਨੂੰ ਘਟਾ ਕੇ 15 ਕੀਤਾ ਗਿਆ, 14 ਤੇ ਪਹੁੰਚ ਗਏ ਹੈਗੇ ਆ। ਸਰਕਾਰ ਦੇ ਵਾਸਤੇ ਜਿਹੜੀ ਪਹਿਲੀ ਬ੍ਰੈਕਟ ਨੂੰ ਘਟਾਣਾ, ਉਹਦਾ ਮਤਲਬ ਇਹ ਹੈਗਾ ਵੈਸੇ ਬਿਲੀਅਨਸ ਆਫ ਡਾਲਰਸ ਜਿਹੜੇ ਟੈਕਸ ਦੇ ਰੈਵਨਿਊ ਖਤਮ ਹੋ ਜਾਂਦੀ ਹੈ। ਸੋ ਇਹ ਹੋਰ ਥੱਲੇ ਜਾਏਗੀ ਸ਼ਾਇਦ ਮੈਂ ਨਹੀਂ ਕਹਾਂਗਾ, ਪਰ ਯੈਸ ਆਮ ਆਦਮੀ ਨੂੰ ਇਹ ਬਿਲਕੁਲ ਬਹੁਤ ਫਰਕ ਪਏਗਾ ਉਸ ਚੀਜ਼ ਦਾ। ਜਿਹੜੇ ਟਾਈਮ ਕਹਿ ਰਹੇ ਨੇ ਓਵਰ ਟਾਈਮ ਵੀ ਹੈ ਨਾ, ਓਵਰ ਅ ਪੀਰੀਅਡ ਆਫ ਟਾਈਮ ਅਸੀਂ ਦੇਖਦੇ ਕਿੰਨਾ ਕੁ ਟਾਈਮ ਹੋ ਸਕਦਾ ਜੀ, ਅੰਦਾਜ਼ਾ ਜਾਂ ਸਰਕਾਰਾਂ ਦੀ ਫੰਕਸ਼ਨਿੰਗ ਦਾ ਤੁਸੀਂ ਜਾਣਦੇ ਹੋ, ਸਨੇਲ ਸਪੇਸ ਹੁੰਦੀਆਂ ਨੇਗੀਆਂ, ਹੋ ਸਕਦਾ 2 ਇਲੈਕਸ਼ਨਾਂ ਲੰਘਾ ਦੇਣ। ਦੇਖੋ ਜੀ 1% ਜਿਹੜਾ ਹੈਗਾ ਨਾ, ਮੇਰੇ ਕੋਲ ਐਗਜ਼ੈਕਟ ਨੰਬਰ ਤਾਂ ਨਹੀਂ ਹੋਣਗੇ, ਮੈਂ ਮਾਫੀ ਚਾਹਾਂਗਾ ਕਿ ਜੇ ਮੈਂ ਕੋਈ ਨੰਬਰ ਤੁਹਾਨੂੰ ਕਹਾਂ ਕਿ ਨੰਬਰ ਤੁਸੀਂ ਕਹੋ ਕਿ ਉਹ ਨੰਬਰ ਐਗਜ਼ੈਕਟ ਨਹੀਂ ਹੈਗਾ ਜੀ, ਕਰੈਕਟ ਨਹੀਂ ਹੈਗਾ, ਡੈਫੀਨੇਟਲੀ ਇਟਸ ਪੋਸੀਬਲ। ਪਰ ਮੇਰਾ ਰਫ ਐਸਟੀਮੇਟ ਹੈ ਕਿ 1% ਜਿਹੜਾ ਹੈਗਾ ਇਸ ਆਲਮੋਸਟ $27 ਬਿਲੀਅਨ ਜਿਹੜਾ ਜਾਂਦਾ ਵਿੱਚੋਂ ਨਾ। ਉਹ ਰੈਵਨਿਊ ਜਿਹੜੀ ਹੈਗੀ ਹੈ, ਜਿਹੜੀ ਜਾਂਦੀ ਹੈ, ਉਹ ਕਿਤੋਂ ਆਉਣੀ ਵੀ ਹੈਗੀ ਹੈ। ਬਿਲਕੁਲ। ਆਪਣਾ ਜਦੋਂ ਅਸੀਂ ਟੈਕਸੇਸ਼ਨ ਦੀ ਗੱਲ ਕਰਦੇ ਹਾਂ, ਉਹ ਟੈਕਸੇਸ਼ਨ ਇੱਕ ਗਵਰਨਮੈਂਟ ਦੀ ਰੈਵਨਿਊ ਹੈ ਜਿਹਦੇ ਨਾਲ ਸਾਰੇ ਖਰਚੇ ਕੀਤੇ ਜਾਂਦੇ ਨੇ। ਚਾਹੇ ਤੁਹਾਡੇ ਆਪਣਾ ਸੜਕਾਂ ਬਣਾਈਆਂ ਜਾ ਰਹੀਆਂ ਵੈ, ਚਾਹੇ ਸਰਕਾਰ ਚੱਲਦੀ ਪਈ ਹੈ, ਚਾਹੇ ਡਿਫੈਂਸ ਦਾ ਬਜਟ ਹੈਗਾ ਵੈ। ਸੋ ਉਹ ਪੈਸਾ ਉਹਨੂੰ ਈਵਨ ਆਊਟ ਕਰਨਾ ਵੈ ਕਿ ਹਾਂਜੀ ਕਿੰਨਾ ਪੈਸਾ ਆ ਰਿਹਾ ਔਰ ਕਿੰਨਾ ਖਰਚ ਹੋ ਰਿਹਾ ਹੈਗਾ ਵੈ। ਅਗਰ ਤੁਸੀਂ ਇੱਕ ਹਾਈਲਾਈਟ ਬਜਟ ਦੀ ਦੇਖੀ ਹੋਵੇ ਤਾਂ ਉਹ ਹੈਗੀ ਹੈ ਕਿ ਆਪਣਾ ਜਿਹੜਾ ਹੈਗਾ ਵੈ ਆਪਣਾ ਡੈਫਿਸਿਟ, ਦੈਟ ਮੀਨਸ ਕਿੰਨਾ ਪੈਸਾ ਆਉਂਦਾ ਅਤੇ ਕਿੰਨਾ ਖਰਚ ਕਰਦੇ ਆ, that has gone to 78 ਬਿਲੀਅਨ, $78 ਬਿਲੀਅਨ ਹੋ ਚੁੱਕਾ ਹੈਗਾ ਜੀ ਉਸ ਚੀਜ਼ ਦਾ ਨਾ। ਬਿਲਕੁਲ ਠੀਕ ਹੈ ਨਾ। ਉਹਨੂੰ ਹੁਣ ਕਵਰ ਕਿੱਥੋਂ ਕਰਨਾ ਜੀ ਆਪਾਂ, ਰਾਈਟ। ਤੋ ਉਹ ਹੁਣ ਅਗਰ ਸਪੋਜ਼ ਇਸ ਰੇਟ ਨੂੰ ਹੋਰ ਘਟਾਇਆ ਜਾਵੇ ਤਾਂ ਕਿਸੇ ਹੋਰ ਨਵਾਂ ਟੈਕਸ ਤਾਂ ਆਏਗਾ ਹੀ। ਸੋ ਮੈਨੂੰ ਡਾਊਟ ਹੈ ਜੀ ਕਿ ਹਲੇ ਟਾਈਮ ਜਿਹੜਾ ਹੈਗਾ ਵੈ ਬਹੁਤ, ਹਲੇ ਸ਼ਾਇਦ ਇਹ ਇੱਕ ਗਵਰਨਮੈਂਟ ਤਾਂ ਨਹੀਂ, ਅਗਲੀ ਗਵਰਨਮੈਂਟ ਦੇਖੋ, ਆਈ ਡਾਊਟ ਜੀ। ਲੋਕਾਂ ਦੀ ਪੇਸ਼ੈਂਸ ਦਾ ਟੈਸਟ ਹੀ ਹੋ ਗਿਆ ਜੀ ਹੁਣ ਲੱਗਦਾ। ਬਿਲਕੁਲ ਜੀ। ਸੁਰੇਸ਼ ਜੀ, ਬੇਅਰ ਟਰਸਟ ਫਾਈਲਿੰਗ ਇਹਨੂੰ ਇੱਕ ਵਾਰ ਫਿਰ ਤੋਂ ਡੈਫਰ ਕਰ ਦਿੱਤਾ ਗਿਆ ਹੈਗਾ। ਇਹ ਇੱਕ ਬਹੁਤ ਵੱਡਾ ਚੈਲੰਜ ਬਣ ਗਿਆ, ਚੁਣੌਤੀ ਬਣ ਗਈ ਹੈਗੀ ਹੈ। ਇਹ ਕਿਉਂ ਨਹੀਂ ਹੋ ਪਾ ਰਿਹਾ ਜੀ ਇੰਪਲੀਮੈਂਟ? ਆਈ ਥਿੰਕ ਆਪਾਂ ਪਿੱਛੇ ਮੁੜ ਕੇ ਦੇਖੀਏ ਜੀ ਕਿ ਅੱਜ ਇਹ 2025, 2024 ਅਤੇ 2023, ਹਾਂ 2023 3 ਸਾਲ ਹੋ ਗਏ ਜੀ ਇਸ ਚੀਜ਼ ਨੂੰ ਨਾ ਕੋਸ਼ਿਸ਼ ਆਪਣਾ ਕਰਦੇ ਹੋਏ ਨੇ ਨਾ। ਪਹਿਲੀ ਮਤਲਬ ਬੰਦਾ ਸੋਚੇ ਕਿ 3 ਸਾਲ ਹੋ ਗਏ ਨੇ, ਆਪਾਂ ਉਹਨੂੰ ਹਰ ਸਾਲ ਡਿਫਰ ਕਰਦੇ ਪਏ ਹਾਂ ਕਿ ਆਪਾਂ ਜੀ ਇਹਨੂੰ ਨਹੀਂ ਕਰ ਸਕਦੇ, ਤਾਂ ਪਿੱਛੇ ਰੀਜ਼ਨ ਕੀ ਹੈ? ਇੱਕ ਫਰਮ ਟੈਕਸ ਕਮਿਊਨਿਟੀ, ਜਿਹੜੀ ਅਕਾਊਂਟੈਂਟ ਕਮਿਊਨਿਟੀ ਹੈ, ਮੈਂ ਉਹਨਾਂ ਵੱਲੋਂ ਗੱਲ ਕਹਾਂਗਾ ਕਿ ਮੀਨਸ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਨਾ ਇੱਦਾਂ ਦੇ ਰੂਲਸ ਲਿਆਂਦੇ ਨੇ ਕਿ ਜਿਨ੍ਹਾਂ ਰੂਲਸ ਦੇ ਉੱਤੇ ਸ਼ਾਇਦ ਨਾ ਆਪਣਾ ਕੋਈ ਸੋਚ ਸਮਝ ਨਹੀਂ ਕੀਤੀ ਗਈ। ਜਸਟ ਬੇਸਿਕਲੀ ਰੂਲ ਲਿਆ ਦਿੱਤਾ ਗਿਆ, ਇਹ ਕਰ ਦਿਓ ਜੀ, ਕਰ ਦਿਓ। ਲੇਕਿਨ ਜਦੋਂ ਉਹਨੂੰ ਕਰਨ ਲੱਗੇ ਤਾਂ ਪਤਾ ਚੱਲਿਆ ਵੀ ਇਹ ਤਾਂ ਪੋਸੀਬਲ ਹੀ ਨਹੀਂ, ਇਹਦੇ 'ਚ ਤਾਂ ਬੜਾ ਕੁਛ ਕੰਪਲੀਕੇਟਿਡ ਨੇ। ਇਹ ਸਮਝ ਨਹੀਂ ਆਈ ਤੁਸੀਂ ਕਹਿੰਦੇ ਕੀ ਪਏ ਹੋ। ਤੁਸੀਂ ਬੇਅਰ ਟਰਸਟ ਵਰਡ ਤਾਂ ਯੂਜ਼ ਕਰਦੇ ਪਏ ਹੋ, ਇਹਦਾ ਇੰਗਲਿਸ਼ ਮੀਨਿੰਗ ਕੀ ਹੈ ਜੀ? ਤੁਹਾਨੂੰ ਮੀਨਿੰਗ ਸਮਝ ਨਹੀਂ ਆਉਂਦਾ ਪਿਆ ਹੈਗਾ। ਮੈਂ ਡਿਕਸ਼ਨਰੀ ਵੀ ਖੋਲ ਲਈ, ਮੈਂ ਲੋਕਾਂ ਨੂੰ ਵੀ ਪੁੱਛ ਲਿਆ, ਮੈਂ ਅਕਾਊਂਟੈਂਟ ਨੂੰ ਵੀ ਪੁੱਛ ਲਿਆ। ਅਕਾਊਂਟੈਂਟ ਕਹਿੰਦਾ ਮੈਨੂੰ ਵੀ ਸਮਝ ਨਹੀਂ ਹੈਗੀ ਜੀ, ਮੈਨੂੰ ਨਹੀਂ ਪਤਾ ਕੀ ਹੈਗਾ ਜੀ। ਮੈਂ ਆਪਣੇ ਜੀ ਸਰਕਾਰ ਨੂੰ ਚਿੱਠੀ ਲਿਖ ਦਿੱਤੀ, ਸਰਕਾਰ ਵੀ ਕਹਿੰਦੀ ਮੈਨੂੰ ਹਾਲੇ ਪਤਾ ਨਹੀਂ ਮੈਂ ਕੀ ਕਰਨਾ। ਮੈਂ ਓਕੇ ਜੀ ਕੈਨੇਡਾ ਰੈਵਨਿਊ ਏਜੰਸੀ ਜਿਹੜੀ ਆਪਣੀ ਹੈਗੀ ਉਹਨੂੰ ਫੋਨ ਕੀਤਾ ਤਾਂ ਉਹਨੂੰ ਕੋਈ ਜੀ ਮੈਨੂੰ ਤੂੰ ਦੱਸ ਦੇ ਕਿ ਆਹ ਐਗਜ਼ਾਮਪਲ ਹੈਗੀ। ਉਹ ਕਹਿੰਦਾ ਮੈਨੂੰ ਪੱਕਾ ਨਹੀਂ ਹੈਗਾ ਪਰ ਸ਼ਾਇਦ ਇਹ ਹੋ ਸਕਦਾ ਹੈਗਾ। ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਰੂਲਸ ਲਿਆਂਦੇ ਗਏ, ਉਹ ਰੂਲਸ ਦੇ ਵਿੱਚ ਉਹਨਾਂ ਨੂੰ ਆਪਣਾ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਗਿਆ ਔਰ ਉਹ ਐਕਸਪਲੇਨੇਸ਼ਨ ਇੰਨੀ ਕੁ ਮਾੜੀ ਸੀਗੀ। ਹੁਣ ਮੈਂ ਥੋੜ੍ਹਾ ਜਿਹਾ ਆਪਣੇ ਵੱਲੋਂ ਅਕਾਊਂਟੈਂਟ ਕਮਿਊਨਿਟੀ ਦਾ ਸਪੋਰਟ ਕਰਾਂਗਾ ਕਿ ਜੋ 2023 ਦੇ ਵਿੱਚ ਪਹਿਲੀ ਵਾਰੀ ਜਦੋਂ ਰੂਲਸ ਲਿਆਂਦੇ ਗਏ, ਉਹ ਰੂਲਸ ਦੇ ਵਿੱਚ ਸਾਰੇ ਅਕਾਊਂਟੈਂਟ ਨੇ ਰਿਟਰਨਾਂ ਫਾਈਲ ਕਰਨੀ ਸ਼ੁਰੂ ਕੀਤੀਆਂ, ਟ੍ਰੇਨਿੰਗ ਕੀਤੀ, ਨੌਲੇਜ ਕੀਤੀ, ਸਭ ਕੁਝ ਕੀਤਾ ਹੈਗਾ ਵੈ। ਉਹ ਸਰਕਾਰ ਨੇ ਐਂਡ ਮੋਮੈਂਟ 'ਤੇ ਆ ਕੇ ਉਹਨੂੰ ਬੰਦ ਕਰ ਦਿੱਤਾ। ਤੁਸੀਂ ਇਹ ਸਮਝੋ ਕਿ ਇੱਕ ਛੋਟਾ ਜਿਹਾ ਅਕਾਊਂਟੈਂਟ ਆਫਿਸ, ਜਿਹੜਾ ਮੇਰਾ ਆਪਣਾ ਆਫਿਸ ਹੈ, ਮੈਂ ਛੋਟਾ ਹੈ, ਇੱਕ ਸਾਡਾ ਆਫਿਸ ਜਿਹੜਾ ਹੈਗਾ ਉਹ ਵੀ $40,000 ਤੋਂ $50,000 ਨੀਚੇ ਆ ਗਿਆ ਕਿ ਜਿਹੜੀ ਕਾਸਟ ਪੇ ਕੀਤੀਆਂ ਸੀਗੀਆਂ ਉਹਦਾ ਕੰਪਲਾਈਮੈਂਸ ਬਿਲਕੁਲ ਜ਼ੀਰੋ ਕਰਤਾ ਗਿਆ ਉਸ ਚੀਜ਼ ਨੂੰ। ਹੁਣ ਸੋਚੋ ਕਿ ਓਵਰਆਲ ਕਿੰਨਾ ਕੁ ਨੁਕਸਾਨ ਹੋਇਆ ਹੋਏਗਾ।
ਸੋ ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਫਾਸਟ ਫਾਰਵਰਡ ਕਰੀਏ ਕਿ ਉਹ ਰੂਲਸ ਇੰਨੇ ਕੁ ਕੰਪਲਿਕੇਟਿਡ ਨੇ ਜਾਂ ਉਹਨਾਂ ਦੀ ਡੈਫੀਨੇਸ਼ਨ ਹੀ ਸਮਝ ਨਹੀਂ ਆਉਂਦੀ ਹੈਗੀ ਕਿ ਕੌਣ ਬੇਅਰ ਟਰਸਟ ਹੈ, ਤਾਂ ਉਹਨੂੰ ਫਾਈਲਿੰਗ ਕਿੱਦਾਂ ਕਰੋਗੇ ਜਾ ਕੇ। ਸੋ ਵਾਪਸ ਆਪਾਂ ਉਹੀ ਗੱਲ ਕਰਦੇ ਹਾਂ, ਟੈਕਸੇਸ਼ਨ ਸਿਸਟਮ ਜਿਹੜਾ ਹੈਗਾ ਸਾਡਾ ਇੰਨਾ ਕੰਪਲਿਕੇਟ ਬਣਾਇਆ ਗਿਆ ਹੈ ਕਿ ਉਹਨੂੰ ਕੰਪਲਾਇੰਸ ਜਿਹੜੀ ਹੈਗੀ ਉਹ ਆਲਮੋਸਟ ਇੰਪੋਸੀਬਲ ਹੀ ਕਰਤੀ ਗਈ ਹੈ। ਇਹਦੇ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਵੀ ਇਹ ਕੀ ਲੱਗਦਾ ਵੀ ਤੁਹਾਨੂੰ ਇਹ ਜਿਹੜਾ ਐਸਟੈਬਲਿਸ਼ ਹੋਇਆ ਵੀ ਬਸ ਪੁਰਾਣਾ ਸੀਗਾ ਅਤੇ ਲੇਜ਼ੀਪਣੇ ਦੇ ਵਿੱਚ ਕਦੇ ਚੇਂਜ ਹੀ ਨਹੀਂ ਕੀਤਾ ਜਾਂ ਕੋਸ਼ਿਸ਼ ਵੀ ਨਹੀਂ ਕੀਤੀ ਹੈਗੀ ਕਿ ਇਹ ਸਿਸਟਮ ਪਹਿਲਾਂ ਜੋ ਅਸੀਂ ਅਡੋਪਟ ਕੀਤਾ ਪਹਿਲਾਂ ਕਿਸੇ ਹੋਰ ਕੰਟਰੀਜ਼ ਦੇ ਵਿੱਚ ਹੁੰਦਾ ਵੀ ਸੀਗਾ ਕਿ ਨਹੀਂ? ਨੋ, ਸਿਸਟਮ ਜਿਹੜਾ ਹੈਗਾ ਵਾ ਉਹ ਈਵਨ ਕੈਨੇਡਾ ਦੇ ਵਿੱਚ ਵੀ ਬੜਾ ਪੁਰਾਣਾ ਚੱਲਦਾ ਪਿਆ ਹੈਗਾ ਵਾ ਕਿ ਇਹ ਨਵਾਂ ਸਿਸਟਮ ਨਹੀਂ ਹੈਗਾ, ਕੁਛ ਹੈਗਾ। ਇਹਦੀ ਰਿਪੋਰਟਿੰਗ ਜਿਹੜੀ ਸੀਗੀ ਉਹ ਲਿਮਿਟਿਡ ਸੀਗੀ ਕਿ ਹਾਂਜੀ ਜਦੋਂ ਵੀ ਆਪਾਂ ਕੋਈ ਨਾ ਟੈਕਸ ਲਗਾਉਣਾ ਹੈਗਾ ਉਹਨੂੰ ਇੰਨਾ ਕੁ ਨਾ ਲਗਾ ਦਿਓ ਕਿ ਉਹ 'ਚ ਜੋ ਵਾਪਸ ਆਉਣਾ ਵੈ ਉਹਨੂੰ ਕੰਪਲਾਇੰਸ ਦੀ ਕੋਸਟ ਵੱਧ ਜਾਵੇ। ਮਤਲਬ ਮੈਂ ਜੇ ਸਪੋਜ਼ ਕਰੋ ਕਿ ਇੱਕ ਟੈਕਸ ਲਗਾਉਣਾ ਮੈਂ ਜਾਂ ਰਿਪੋਰਟਿੰਗ ਕਰਨੀ ਹੈ, ਇਹ ਬੇਅਰ ਟਰਸਟ ਰਿਪੋਰਟਿੰਗ ਹੈ, ਇੱਕ ਟੈਕਸ ਨਹੀਂ ਹੈਗਾ, ਪਹਿਲੀ ਗੱਲ ਤਾਂ ਇਹ ਹੈਗੀ ਜੀ। ਉਸ ਰਿਪੋਰਟਿੰਗ ਦੇ ਨਾਲ ਮੈਂ ਸਰਕਾਰ ਸੋਚਦੀ ਹੈ ਕਿ ਮੈਂ ਬੜਾ ਕੁਛ ਆਪਣਾ ਨਾ ਟੈਕਸ ਇਵੇਸ਼ਨ ਜਿਹੜੀ ਹੁੰਦੀ ਹੈ, ਟੈਕਸ ਚੋਰੀ ਹੁੰਦੀ ਹੈ, ਉਹਨੂੰ ਮੈਂ ਰੋਕ ਦੇਵਾਂਗੀ ਅਤੇ ਮੈਨੂੰ ਲੈਟਸ ਸੇ ਕਿ ਆਪਣਾ ਨਾ $100 ਮਿਲੀਅਨ ਉਹਦੇ 'ਚੋਂ ਆਏਗਾ ਜਿਹੜਾ ਟੈਕਸ ਰੈਵਨਿਊ 'ਚ ਆਏਗਾ, ਪਰ ਉਹਦੀ ਕੰਪਲਾਇੰਸ ਜਿਹੜੀ ਹੈਗੀ ਉਹ 150 ਮਿਲੀਅਨ ਹੈ। ਸੋ ਉਹ ਐਡਮ ਸਮਿਥ ਇੱਕ ਹੁੰਦਾ ਸੀਗਾ ਇਕੋਨਮਿਸਟ ਹੁੰਦਾ ਹੈ ਨਾ, ਉਹ 'ਚ ਕੈਨਨਸ ਆਫ ਟੈਕਸੇਸ਼ਨ ਹੁੰਦੇ ਸੀਗੇ ਜੀ। ਉਹ ਕੈਨਨਸ ਆਫ ਟੈਕਸੇਸ਼ਨ ਦਾ ਇੱਕ ਜਿਹੜਾ ਹੈਗਾ ਨਾ ਉਹ ਇਹ ਹੈਗਾ ਵੈ ਕਿ ਟੈਕਸ ਜਿਹੜਾ ਹੈਗਾ ਸਿੰਪਲ ਟੂ ਅੰਡਰਸਟੈਂਡ ਐਂਡ ਸਿੰਪਲ ਟੂ ਕੰਪਲਾਈ, ਕਿ ਮਤਲਬ ਉਹਨੂੰ ਕਰਨ ਵਾਸਤੇ ਵੀ ਨਾ ਉਹ ਹੁਣ ਉਹ ਜਿਹੜੇ ਕੈਨਨਸ ਹੈਗੇ ਨੇ ਅਗਰ ਉਹ ਆਪਣਾ ਪ੍ਰਿੰਸੀਪਲਸ ਹੈਗੇ ਨੇ ਉਹਨੂੰ ਖਤਮ ਕਰਦੇ ਜਾਣ ਫਿਰ ਉਹ ਟੈਕਸੇਸ਼ਨ ਦਾ ਸਿਸਟਮ ਦਾ ਫਾਇਦਾ ਕੋਈ ਨਹੀਂ ਹੈਗਾ, ਬਿਕਾਜ਼ ਤੁਸੀਂ ਨੁਕਸਾਨ ਕਰਦੇ ਪਏ ਹੋ ਚੀਜ਼ ਨੂੰ। ਸੋ ਇਹ ਸਿਸਟਮ ਤਾਂ ਪਹਿਲਾਂ ਦਾ ਹੀ ਸੀਗਾ ਜੀ, ਇਹਨੂੰ ਸਿਸਟਮ ਨੂੰ ਇੰਨਾ ਕੁ ਟਾਈਟ ਕਰਤਾ ਗਿਆ ਕਿ ਹਾਂਜੀ ਬਸ ਕੋਈ ਲੰਘ ਨਾ ਸਕੇ ਇਹਦੇ ਵਿੱਚੋਂ। ਦਿਸ ਆਲਵੇਜ਼ ਗੋਣਾ ਬੀ ਸਮ ਲੂਪ ਹੋਲ ਸਮਵੇਅਰ ਕੋਈ ਲੰਘਦਾ। ਅਸੀਂ ਉਹ ਲੂਪ ਹੋਲ ਨੂੰ ਦੇਖਦੇ ਹਾਂ ਕਿ ਉਹਦੀ ਕੰਪਲਾਇੰਸ ਦੀ ਕਾਸਟ ਕਿੰਨੀ ਹੈ। ਜੇ ਲੂਪ ਹੋਲ ਤੋਂ ਮੈਨੂੰ ਨੁਕਸਾਨ ਹੋ ਰਿਹਾ ਵੈ ਸਪੋਜ਼ ਮਿਲੀਅਨ, ਪਰ ਮੈਨੂੰ $5 ਮਿਲੀਅਨ ਲੱਗਣਾ ਹੈਗਾ ਵੈ, ਕਾਸਟ ਇਜ਼ ਮੋਰ। ਸੋ ਉਹਨਾਂ ਨੇ ਇਹਨੂੰ ਟਾਈਟ ਇੰਨਾ ਕੁ ਸਿਸਟਮ ਕੀਤਾ ਕਿ ਹਾਂਜੀ ਹਰ ਬੰਦੇ ਨੂੰ ਕਵਰ ਕਰ ਦਿਓ ਇਹਦੇ ਵਿੱਚੋਂ, ਪਰ ਉਹ ਸਿਸਟਮ ਕਿਸੇ ਨੂੰ ਸਮਝ ਨਹੀਂ ਆ ਰਿਹਾ ਜੀ ਹਾਲ ਤੱਕ ਅੱਜ ਦੀ ਡੇਟ ਦੇ ਵਿੱਚ ਵੀ। ਸੋ ਸ਼ਾਇਦ ਵੀ ਵਰ ਈਵਨ ਥਿੰਕਿੰਗ ਕਿ ਜੇ ਆਪਣਾ ਅੰਡਰ ਯੂਜ਼ਡ ਹਾਊਸਿੰਗ ਟੈਕਸ ਨਕਸ਼ਾ ਦੇ ਵੀ ਚਲਾ ਜਾਏਗਾ, ਪਰ ਇਹਨੂੰ ਹਾਲੇ 1 ਸਾਲ ਹੋਰ ਐਕਸਟੈਂਡ ਕਰਤਾ ਗਿਆ ਜੀ। ਹੁਣ ਚਲੋ 1 ਸਾਲ ਤਾਂ ਬ੍ਰੇਕ ਮਿਲੀ। ਅਤੇ GST ਬ੍ਰੇਕ ਫॉर ਫਸਟ ਟਾਈਮ ਹੋਮ ਬਾਇਰਸ ਉਹਨੂੰ ਕਨਫਰਮ ਕਰ ਦਿੱਤਾ ਗਿਆ ਜੀ ਕਿ ਇਹਦੇ ਨਾਲ ਹੁਣ ਜੋ ਹੈ ਹਾਊਸਿੰਗ ਮੋਰ ਜਾਂ ਘਰ ਲੈਣਾ ਮੋਰ ਅਫੋਰਡੇਬਲ ਹੋ ਜਾਊਗਾ ਜਾਂ ਫਿਰ ਕੀਮਤਾਂ ਹੋਰ ਵੱਧ ਜਾਣਗੀਆਂ। ਮੈਂ ਇੱਕ ਗੱਲ ਕਲੀਅਰ ਕਰਾਂਗਾ ਜੀ, ਆਫਿਸ 'ਚ ਬੜੇ ਫੋਨ ਆਉਂਦੇ ਨੇ ਸਾਡੇ ਅਕਾਊਂਟੈਂਟਸ ਨੂੰ, ਬਾਕੀਆਂ ਨੂੰ ਵੀ ਆਉਂਦੇ ਹੋਣਗੇ ਜੀ। ਇਹ ਅਨਾਊਂਸਮੈਂਟ ਹੈ ਜੀ, ਕਨਫਰਮੇਸ਼ਨ ਨਹੀਂ ਹੈ ਹਾਲੇ। ਮਤਲਬ ਕਹਿਣ ਦਾ ਮਤਲਬ ਇਹ ਹੈਗਾ ਵੈ ਕਿ ਯੈਸ ਗਵਰਨਮੈਂਟ ਨੇ ਬਿਲਕੁਲ ਕਨਫਰਮ ਕੀਤਾ ਕਿ ਹਾਂਜੀ ਇਹ ਰੀਬੇਟ ਆਏਗਾ, ਪਰ ਅੱਜ ਦੀ ਡੇਟ ਦੇ ਵਿੱਚ ਨੂੰ ਤੁਸੀਂ ਰੀਬੇਟ ਲੈ ਨਹੀਂ ਸਕਦੇ ਹੈਗੇ। ਠੀਕ ਹੈ। ਸੋ ਅਗਰ ਸਪੋਜ਼ ਤੁਹਾਡਾ $1 ਮਿਲੀਅਨ ਦਾ ਘਰ ਹੈਗਾ ਵਾ ਤੇ $50,000 GST ਹੁੰਦੀ ਹੈਗੀ ਹੈ। ਠੀਕ ਹੈ। ਦੈਟਸ ਅ ਹਿਊਜ ਸੇਵਿੰਗਸ। ਮੈਂ ਅਗਰ ਐਜ਼ ਅ ਸਪੋਰਟ ਕਵਾਂ ਉਹਦੇ ਵਾਸਤੇ ਨਾ, ਇਸ ਟਾਈਮ ਜਿਹੜੀ ਸੀਗੀ ਉਹ 4.5 ਲੱਖ ਤੋਂ ਉੱਪਰ ਜਿਹੜਾ ਘਰ ਸੀਗਾ ਤੁਹਾਨੂੰ ਉਹਦਾ ਕੋਈ ਵੀ GST ਰੀਬੇਟ ਨਹੀਂ ਮਿਲਦਾ ਸੀਗਾ। ਸੋ ਨਾਓ ਯੂ ਕੈਨ ਇਮੈਜਿਨ ਕਿ ਜੇ ਬੰਦਾ ਸਪੋਜ਼ ਮਿਲੀਅਨ ਦਾ ਘਰ ਖਰੀਦ ਰਿਹਾ ਵੈ ਉਹਨੂੰ 50,000 GST ਬਚਦੀ ਹੈ, ਪਰ ਹਾਲੇ ਇਹ ਕਾਨੂੰਨ ਪਾਸ ਨਹੀਂ ਹੋਇਆ। ਸੋ ਹਾਲੇ ਤਾਂ ਕਰਕੇ ਇਹਨੂੰ ਹਾਲੇ ਵੀ ਕੋਈ GST ਰੀਬੇਟ ਲੈ ਨਹੀਂ ਪਾ ਰਿਹਾ ਹਾਲੇ। ਮਤਲਬ ਕਿ ਸਿਰਫ ਐਲਾਨ ਹੈ, ਲਾਗੂ ਨਹੀਂ ਹੋਇਆ। ਇਹ ਮਤਲਬ ਬਜਟ ਦੇ ਵਿੱਚ ਆ ਗਿਆ ਹੁਣ। ਸੋ ਜੇ ਬਜਟ ਪਾਸ ਹੁੰਦਾ ਹੈਗਾ ਵੈ ਤਾਂ ਉਹਦੇ ਨਾਲ ਇਹ ਵੀ ਪਾਸ ਹੋ ਗਿਆ ਵੈ। ਅੱਛਾ, ਚਾਂਸਿਸ ਆਰ ਕੁਆਇਟ ਹਾਈ। ਮਤਲਬ ਮੈਂ ਨਹੀਂ ਕਹਾਂਗਾ ਕਿਉਂਕਿ ਹਰ ਗਵਰਨਮੈਂਟ ਦਾ ਸਪੋਰਟ ਹੈ। ਕੰਜ਼ਰਵੇਟਿਵ ਗਵਰਨਮੈਂਟ ਨੇ ਵੀ ਅਨਾਊਂਸਮੈਂਟ ਕੀਤੀ ਸੀਗੀ, ਲਿਬਰਲ ਨੇ ਵੀ ਕੀਤੀ ਸੀ ਅਨਾਊਂਸਮੈਂਟ। ਸੋ ਦੇਰ ਇਜ਼ ਨੋ ਰੀਜ਼ਨ ਕਿ ਨਾ ਹੋਵੇ ਇਹਦੇ ਵਿੱਚ ਨਾ, ਪਰ ਅੱਜ ਦੀ ਡੇਟ ਵਿੱਚ ਅਵੇਲੇਬਲ ਨਹੀਂ ਹੈਗਾ। ਸੋ ਇਹਦਾ ਮਤਲਬ ਕੀ ਹੈਗਾ ਵੈ, ਅਗਰ ਮੈਂ ਅੱਜ ਘਰ ਲੈਣ ਜਾ ਰਿਹਾ ਵਾ $1 ਮਿਲੀਅਨ ਦਾ ਤਾਂ ਮੇਰਾ ਮਿਲੀਅਨ ਦਾ ਹੀ ਹੈ। ਮੇਰਾ 50,000 ਹਾਲੇ ਸੇਵ ਨਹੀਂ ਹੋਣਾ, ਉਹ ਹੋਏਗਾ ਜਦੋਂ ਰਿਬੇਟ ਆਏਗਾ, ਜਦੋਂ ਮਿਲੇਗਾ। ਸੋ ਸ਼ਾਰਟ ਟਰਮ ਦੇ ਵਿੱਚ ਕਿਸੇ ਨੂੰ ਫਾਇਦਾ ਨਹੀਂ ਹੋ ਰਿਹਾ ਜੀ ਹਾਲੇ। ਇਹ ਜਦੋਂ ਹੋਏਗਾ ਉਦੋਂ ਫਾਇਦੇ ਸ਼ੁਰੂ ਹੋਣਗੇ। ਸੋ ਅੱਜ ਤੱਕ ਘਰ ਮੇਰਾ ਹਾਲੇ ਵੀ $1 ਮਿਲੀਅਨ ਦਾ ਹੀ ਹੈਗਾ, ਮਿਲੀਅਨ ਹੀ ਹੈ। ਪਰ ਯੈਸ ਜਦੋਂ ਇਹ ਬੈਨੀਫਿਟ ਸ਼ੁਰੂ ਹੋ ਜਾਏਗਾ ਤਾਂ ਯੈਸ ਮਤਲਬ ਇਸ ਟਾਈਮ ਜਿੰਨਾ ਹਿਸਾਬ ਨਾਲ ਪ੍ਰਾਈਸਿਸ ਵਧੇ ਨੇ, ਅਫੋਰਡੇਬਿਲਿਟੀ ਬੜੀ ਹੋਈ ਹੈ, ਅਤੇ 5% ਬੜਾ ਵੱਡੀ ਗੱਲ ਹੈ ਜੀ। ਆਲਮੋਸਟ ਲਾਈਕ ਡਾਊਨ ਪੇਮੈਂਟ ਹੀ ਹੋ ਜਾਂਦੀ ਹੈਗੀ ਹੈ। ਜੇ ਬੰਦਾ ਆਮ ਸੋਚਦਾ ਵੈ ਉਹਦੇ ਨਾਲ ਆਮ ਆਦਮੀ ਨੂੰ ਥੋੜ੍ਹਾ ਜਿਹਾ ਫਰਕ ਪਵੇਗਾ ਉਸ ਕੋਸਟ ਦੇ ਨਾਲ ਨਾ। ਨਾਓ ਬਿਲਡਰਸ ਜਾਂ ਫਿਰ ਕਸਟਮਰਸ, ਇਹ ਹੁਣ ਡਿਪੈਂਡ ਕਰਦਾ ਵਾ ਇਕੋਨਮੀ ਕਿੱਦਾਂ ਇਹਨੂੰ ਕਰਦੀ ਹੈਗੀ ਹੈ ਨਾ। ਮਤਲਬ ਕੁਛ ਲੋਕਾਂ ਦਾ ਖਿਆਲ ਹੈਗਾ ਜੀ ਕਿ ਨਹੀਂ ਬਿਲਡਰਸ ਨੇ ਪ੍ਰਾਈਸ ਚੁੱਕਦੇ ਨੇ ਉਸ ਹਿਸਾਬ ਦੇ ਨਾਲ ਨਹੀਂ, ਸਾਨੂੰ ਕੋਈ ਫਾਇਦਾ ਨਹੀਂ ਹੋਣਾ ਜੀ ਇਸ ਚੀਜ਼ ਦੇ ਨਾਲ ਨਾ। ਪਰ ਅਗਰ ਅੱਜ ਦੀ ਡੇਟ ਵਿੱਚ ਦੇਖੀਏ ਸਪਲਾਈ ਇੰਨੀ ਜ਼ਿਆਦਾ ਵੈ, ਆਈ ਡੋਂਟ ਥਿੰਕ ਕਿ ਇਸ ਤਰ੍ਹਾਂ ਕੋਈ ਹੋਏਗਾ ਚੀਜ਼ ਦਾ। ਪਰ ਸੋ ਅਗਰ ਮੈਂ ਇਹਦੀ ਇਸ
ਅਨਾਉਂਸਮੈਂਟ ਹੈ ਜਾਂ ਜੋ ਇਹ ਪ੍ਰਪੋਜ਼ਲ ਹੈਗਾ ਵੈ, ਅਗਰ ਮੈਂ ਉਹਦੀ ਫੇਵਰ 'ਚ ਗੱਲ ਕਰਦਾ ਵਾਂ ਤਾਂ ਡੈਫੀਨੇਟਲੀ ਆਮ ਆਦਮੀ ਨੂੰ ਇਹਦੇ ਨਾਲ ਦਾ ਫਰਕ ਪਵੇਗਾ ਅਤੇ ਹੋ ਸਕਦਾ ਵੈ ਹਾਊਸਿੰਗ ਸੈਕਟਰ ਦੇ ਨਾਲ ਥੋੜ੍ਹਾ ਜਿਹਾ ਉਹਨੂੰ ਫਰਕ ਪਵੇ ਕਿ ਲੋਕ ਅਫੋਰਡ ਕਰ ਸਕਦੇ ਨੇ ਹੁਣ ਘਰ ਖਰੀਦਣ ਵਾਸਤੇ। ਸੋ ਨਾ ਘਰ ਦੀ ਸਪਲਾਈ ਜਿਹੜੀ ਉਹਦੀ ਉਹ ਘੱਟ ਜਾਏਗੀ। ਇੱਕ ਮਦਾਨ ਸਾਹਿਬ ਪਲੀਜ਼ ਇਹ ਚੀਜ਼ 'ਤੇ ਜ਼ਰੂਰ ਚਾਨਣ ਪਾਇਓ ਕਿ ਬਜਟ ਦੇ ਬਹੁਤ ਸਾਰੇ ਸੈਕਸ਼ਨਸ ਹੁੰਦੇ ਨੇ, ਐਸਪੈਕਟਸ ਹੁੰਦੇ ਨੇ, ਹੈ ਨਾ। ਇਹ ਹੋ ਸਕਦਾ ਹੈ, ਇਹ ਹੁੰਦਾ ਉਰੇ ਕਿ ਕੁਛ ਸੈਕਸ਼ਨਸ ਨੂੰ ਪਾਸ ਕਰ ਦਿੱਤਾ ਜਾਵੇ ਅਤੇ ਓਵਰਆਲ ਜਿਹੜਾ ਬਜਟ ਹੈ ਜੇ ਰਿਜੈਕਟ ਹੋ ਜਾਂਦਾ ਹੈਗਾ, ਵੋਟਿੰਗ ਨਹੀਂ ਮਿਲਦੀ ਉਹਨੂੰ, ਤਾਂ ਫਿਰ ਸਾਰਾ ਹੀ ਰਿਜੈਕਟ ਹੋ ਸਾਰੇ ਬੈਨੀਫਿਟ ਹੀ ਰਿਜੈਕਟ ਹੋ ਜਾਣਗੇ ਕਿ ਕੁਛ ਸੈਕਸ਼ਨਸ ਨੂੰ ਪਾਇਆ ਜਾ ਸਕਦਾ, ਪਾਸ ਕੀਤਾ ਜਾ ਸਕਦਾ। ਮੈਨੂੰ ਪੋਲੀਟੀਕਲ ਸਾਇੰਸ ਦਾ ਪੂਰਾ ਪਤਾ ਨਹੀਂ ਹੈ ਜੀ, ਲੇਕਿਨ ਮੈਨੂੰ ਇੰਨੀ ਸਮਝ ਹੈਗੀ ਹੈ ਕਿ ਮੀਨਸ ਕਿ ਅਗਰ ਸਪੋਜ਼ ਜਦੋਂ ਬਜਟ ਦੇ ਸਾਰੀਆਂ ਚੀਜ਼ਾਂ ਦੀ ਡਿਸਕਸ਼ਨ ਹੁੰਦੀ ਹੈ ਉਸ ਚੀਜ਼ ਨਾਲ ਸਾਰੇ ਤੇ ਚਾਹੇ ਉਹ GST ਹੈ ਜਾਂ ਹੁੰਦਾ ਹੈਗਾ ਮੈਂ ਇਹ ਲੋਟ ਆਫ ਟਾਈਮ ਜਦੋਂ ਆਪਣੇ ਉੱਤੇ ਡਿਸਕਸ਼ਨ ਹੁੰਦੀ ਹੈ ਨਾ ਤਾਂ ਉਸ ਚੀਜ਼ ਨੂੰ ਨਾ ਕੋਈ ਸਪੋਜ਼ ਕੋਈ ਇੱਕ ਜਿਹੜਾ ਸੈਟ ਪਰਟੀਕੂਲਰ ਪੁਆਇੰਟ ਹੈਗਾ ਵੈ ਉਹ ਕਹਿੰਦੇ ਜੀ ਕਿ ਨਹੀਂ ਆਪਾਂ ਨਹੀਂ ਲਾਈਕ ਕਰਦੇ ਨਾ, ਤਾਂ ਉਹਦੇ ਉੱਤੇ ਨਾ ਉਹਨੂੰ ਮੋਡੀਫਿਕੇਸ਼ਨ ਕੀਤੀ ਜਾਂਦੀ ਹੈ, ਉਹਨੂੰ ਥੋੜ੍ਹਾ ਮਤਲਬ ਚੇਂਜ ਕਰਕੇ ਜਾਈਦਾ ਹੈ ਕਿ ਹਾਂਜੀ ਚਲੋ ਆਪੋਜੀਸ਼ਨ ਦੀ ਗੱਲ ਸੁਣੀਏ ਤਾਂ ਉਹਨੂੰ ਥੋੜ੍ਹਾ ਜਿਹਾ ਬੈਟਰ ਕਰਤਾ ਜਾਵੇ ਜਾਂ ਕੁਛ ਕਰਤਾ ਜਾਵੇ ਨਾ। ਅਗਰ ਉਹ ਨਾ ਹੋਵੇ ਤਾਂ ਦੈਨ ਪੋਸੀਬਿਲਿਟੀ ਉਹ ਰਿਮੂਵ ਹੋ ਜਾਂਦਾ ਹੈਗਾ। ਪਰ ਬਜਟ ਇਜ਼ ਇਨ ਫੁੱਲ ਓਵਰਆਲ ਡਾਕੂਮੈਂਟ, ਇਟਸ ਨੋਟ ਲਾਈਕ ਵਨ ਮੈਜਰ ਐਟ ਟਾਈਮ। ਉਹ ਇੱਕ ਚੀਜ਼ ਨੂੰ ਪਾਸ ਨਹੀਂ ਕਰਦੇ ਪਏ, ਉਹ ਪੂਰੇ ਬਜਟ ਨੂੰ ਪਾਸ ਕਰਨਾ ਹੈਗਾ ਵੈ। ਸੋ ਅਗਰ ਉਹਨੂੰ ਬਜਟ ਦੇ ਵਿੱਚੋਂ ਸਪੋਜ਼ ਕੋਈ ਇੱਕ ਚੀਜ਼ ਨੂੰ ਬਾਹਰ ਕੱਢਣਾ ਚਾਹਣਾ ਹੈਗਾ ਵੈ ਤਾਂ ਉਹਨੂੰ ਪਹਿਲਾਂ ਬਾਹਰ ਕੱਢ ਕੇ ਰਿਵਾਈਜ਼ ਕੀਤਾ ਜਾਏਗਾ, ਫਿਰ ਦੁਬਾਰਾ ਬਜਟ ਪਾਸ ਹੋਏਗਾ। ਠੀਕ ਹੈ। ਅਤੇ ਅੱਜ ਅਸੀਂ ਇੱਕ ਕਰੰਟ ਅਫੇਅਰਸ ਦੇ ਵਿੱਚ ਖਬਰ ਸਾਂਝੀ ਕੀਤੀ ਸੀਗੀ ਕਿ ਸਾਰੇ ਮਿਊਨਸਿਪੈਲਿਟੀਜ਼ ਦੇ ਜਿਹੜੇ ਮੇਅਰ ਨੇ, ਲੋਕਲ ਲੀਡਰਸ ਨੇ, ਉਹ ਇੱਥੇ ਇਕੱਠੇ ਹੋ ਰਹੇ ਨੇ ਸ਼ਹਿਰ ਦੇ ਵਿੱਚ, 3 ਦਿਨ ਉਹਨਾਂ ਦੀ ਕਾਨਫਰੰਸ ਚੱਲਣੀ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਮੰਗ ਰੱਖੀ ਹੈ, ਉਹ ਕਹਿੰਦੇ ਨੇ ਸਾਡਾ ਰੈਵਨਿਊ ਘਟਦਾ ਜਾ ਰਿਹਾ, ਫੰਡਿੰਗ ਵੀ ਘਟਦੀ ਜਾ ਰਹੀ ਹੈਗੀ ਹੈ ਅਤੇ ਪ੍ਰੋਪਰਟੀ ਟੈਕਸ ਤੁਸੀਂ ਕਹਿੰਦੇ ਘਟਾਈ ਜਾਓ ਅਤੇ ਅਸੀਂ ਰੈਵਨਿਊ ਕਿੱਥੋਂ ਜਨਰੇਟ ਕਰਨਾ। ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜੇ ਲੋੜ ਹੈ ਤਾਂ ਸਾਰਾ ਪ੍ਰੋਪਰਟੀ ਟੈਕਸ ਸਿਸਟਮ ਜੋ ਹੈ ਉਹਨੂੰ ਰੀਸੈਟ ਕਰ ਦਿਓ, ਜ਼ੀਰੋ ਤੋਂ, ਸਕਰੈਚ ਤੋਂ, ਫਿਰ ਤੋਂ ਬਣਾ ਦਿਓ। ਇਹ ਮੁਮਕਿਨ ਹੈ, ਇਹ ਪੋਸੀਬਲ ਹੈ ਅਤੇ ਜੇ ਇਹ ਕਰਦੇ ਆ ਪ੍ਰੋਸੈਸ ਨੂੰ ਸ਼ੁਰੂ ਤਾਂ ਕਿੰਨਾ ਕੁ ਚਿਰ ਲੱਗ ਸਕਦਾ। ਸੋ ਇੱਕ ਚੀਜ਼ ਜਿਹੜੀ ਅੰਡਰਸਟੈਂਡ ਕਰਨ ਵਾਲੀ ਜਿਹੜੀ ਟੈਕਸੇਸ਼ਨ ਸਿਸਟਮ ਦੀ ਨਾ, ਮੀਨਸ ਆਫ ਕੋਰਸ ਮੇਰਾ ਮਿਊਨਿਸਪਲ ਟੈਕਸਿਸ 'ਤੇ ਐਕਸਪੀਰੀਅੰਸ ਨਹੀਂ ਹੈਗਾ, ਲੇਕਿਨ ਮੈਂ ਟੈਕਸੇਸ਼ਨ ਸਿਸਟਮ ਦੀ ਗੱਲ ਕਰ ਸਕਦਾ ਵਾਂ ਕਿ ਓਵਰਆਲ ਟੈਕਸਿਸ ਕਿਸ ਤਰ੍ਹਾਂ ਲੱਗਦੇ ਨੇ। ਸੋ ਤੁਸੀਂ ਸਮਝਦੇ ਹੋ ਕਿ ਇਨਕਮ ਟੈਕਸ ਹੋ ਗਿਆ, ਅਸੀਂ ਨੂੰ ਇੱਕ ਡਾਇਰੈਕਟ ਟੈਕਸ ਕਹਿੰਦੇ ਹੈਗੇ ਆ। ਤੁਸੀਂ GST ਸਮਝਦੇ ਹੋ, ਜਿਹੜੀ ਆਮ ਆਦਮੀ ਸਮਝਦਾ ਇਨਡਾਇਰੈਕਟ ਟੈਕਸ ਹੈਗੇ ਨੇ। ਦੈਨ ਦੇਰ ਇਜ਼ ਅ ਪੇ ਪਰ ਯੂਜ਼ ਟੈਕਸ। ਪੇ ਪਰ ਯੂਜ਼ ਟੈਕਸ ਕਿ ਹਾਂਜੀ ਤੁਸੀਂ ਸਰਵਿਸ ਨੂੰ ਯੂਜ਼ ਕੀਤੀ ਹੈ, ਜਦੋਂ ਸਪੋਜ਼ ਤੁਸੀਂ ਐਂਬੂਲੈਂਸ ਯੂਜ਼ ਕੀਤੀ ਹੈ ਤਾਂ ਤੁਸੀਂ ਐਂਬੂਲੈਂਸ ਦੀ ਫੀ ਪੇ ਕਰਦੇ ਪਏ ਹੋ, ਉਹਨੂੰ ਇੱਕ ਪੇ ਪਰ ਯੂਜ਼ ਨਾਲ ਕਹਿ ਸਕਦੇ ਹਾਂ। ਜਾਂ ਸਪੋਜ਼ ਤੁਸੀਂ ਹੋਟਲ ਦੇ ਵਿੱਚ ਜਾਂਦੇ ਹੋ, ਤੁਸੀਂ ਇੱਕ ਹੋਟਲ ਟੈਕਸ ਪੇ ਕਰਦੇ ਹੋ, ਉਹ ਤੁਸੀਂ ਹੋਟਲ ਨੂੰ ਕਮਰਾ ਲਵੋਗੇ ਤਾਂ ਹੀ ਤੁਸੀਂ ਟੈਕਸ ਪੇ ਕਰੋਗੇ। ਜਾਂ ਐਂਟਰਟੇਨਮੈਂਟ ਟੈਕਸ ਕਹਿ ਲਓ ਤੁਸੀਂ, ਆਪਣਾ ਇੱਕ ਹੋਰ ਟੈਕਸ ਹੈਗਾ ਨਾ। ਸੋ ਟੈਕਸਿਸ ਬੜੇ ਹੈਗੇ ਇਸ ਤਰ੍ਹਾਂ ਚੀਜ਼ ਦੇ ਨਾਲ। ਇੱਦਾਂ ਹੀ ਆਪਣਾ ਮਿਊਨਿਸਪਲ ਟੈਕਸ ਜਿਹੜੇ ਹੈਗੇ ਨੇ, ਆਪਣੀ ਐਜੂਕੇਸ਼ਨ ਟੈਕਸ ਹੈ, ਪ੍ਰੋਪਰਟੀ ਟੈਕਸ ਹੈ, ਹੋਰ ਟੈਕਸਿਸ ਹੈਗੇ ਨੇ ਨਾ। ਟੈਕਸੇਸ਼ਨ ਸਿਸਟਮ ਮੈਂ ਤੁਹਾਨੂੰ ਥੋੜ੍ਹੀਆਂ ਐਗਜ਼ਾਮਪਲਾਂ ਦਿੱਤੀਆਂ ਮੈਂ, ਲੇਕਿਨ ਦੈਰਸ ਅ ਮੈਨੀ ਮੋਰ ਟੈਕਸਿਸ ਜਿਹੜੀ ਹੈਗੇ ਨਾ ਉਹਦੇ ਵਿੱਚ ਹੈਗੇ। ਹੁਣ ਉਸ ਟੈਕਸਿਸ ਦੇ ਵਿੱਚ ਕੁਛ ਟੈਕਸਿਸ ਜਿਹੜੇ ਹੈਗੇ ਨੇ ਮਿਊਨਿਸਪਲ ਲੈਵਲ 'ਤੇ ਹੁੰਦੇ ਨੇ, ਜਿਹੜੇ ਮੀਨਸ ਆਪਣਾ ਕੈਲਗਰੀ ਲੈਵਲ ਦੇ ਉੱਤੇ ਹੋ ਕੇ ਸਪੋਜ਼ ਕਰੋ ਆਪਣੇ ਉੱਤੇ। ਕੁਛ ਹੋ ਗਏ ਪ੍ਰੋਵਿੰਸ਼ੀਅਲ ਲੈਵਲ ਵਿੱਚ ਅਲਬਰਟਾ ਟੈਕਸ, ਜਿਹੜੇ ਅਲਬਰਟਾ ਵਾਲੇ ਲਗਾਉਂਦੇ ਹੈਗੇ ਨੇ। ਜਿੱਦਾਂ ਹੁਣ ਸਪੋਜ਼ ਪ੍ਰੋਪਰਟੀ ਟੈਕਸ ਦੇ ਵਿੱਚ ਐਜੂਕੇਸ਼ਨ ਦਾ ਪੋਰਸ਼ਨ ਹੈ, ਉਹ ਮਿਊਨਿਸਪਲ ਦਾ ਪੋਰਸ਼ਨ ਵੀ ਹੈ ਅਤੇ ਪ੍ਰੋਵਿੰਸ਼ੀਅਲ ਪੋਰਸ਼ਨ ਵੀ ਹੈ। ਦੈਨ ਜਿਹੜੇ ਅੱਗੇ ਫੈਡਰਲ ਟੈਕਸ ਜਿਹੜੀ ਕੈਨੇਡਾ ਗਵਰਨਮੈਂਟ ਲਗਾਉਂਦੀ ਹੈਗੀ ਹੈ। ਉਹ ਟੈਕਸੇਸ਼ਨ ਸਿਸਟਮ ਦੇ ਜਿਹੜਾ ਇਜ਼ ਬੜਾ ਕੰਪਲੀਕੇਟਿਡ ਹੈ ਕਿ ਉਹਨੂੰ ਨਾ ਜਦੋਂ ਵੀ ਕੋਈ ਸਿਸਟਮ ਨੂੰ ਚੇਂਜ ਕਰਨਾ ਵੈ, ਉਸ ਤੋਂ ਬਾਅਦ ਇਹ ਹੁੰਦਾ ਹੈਗਾ ਵੈ ਕਿ ਕੁਝ ਪੋਰਸ਼ਨ, ਜਿੱਦਾਂ ਹੁਣ ਅਸੀਂ ਮਿਊਨਿਸਪੈਲਿਟੀ ਦੇ ਵਿੱਚ ਆਪਾਂ ਪ੍ਰੋਪਰਟੀ ਟੈਕਸ ਕਲੈਕਟ ਕਰ ਰਹੇ ਹਾਂ ਅਤੇ ਡੀਅਰਫੁੱਟ ਜਿੱਦਾਂ ਸਪੋਜ਼ ਹੈਗੀ ਉਹ ਪ੍ਰੋਵਿੰਸ ਉਹਨੂੰ ਮੈਨੇਜ ਕਰ ਰਿਹਾ ਹੈਗਾ ਵੈ, ਸੋ ਆਪਾਂ ਕੁਝ ਪੋਰਸ਼ਨ ਉਹਨੂੰ ਦੇ ਰਹੇ ਹਾਂ। ਠੀਕ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਰਾਂਸਫਰਸ ਮਤਲਬ ਪ੍ਰੋਵਿੰਸ ਨੇ ਮਿਊਨਿਸਪਲ ਨੇ ਪ੍ਰੋਵਿੰਸ ਨੂੰ ਦਿੱਤੀ ਜਾਂ ਫੈਡਰਲ ਨੇ ਪ੍ਰੋਵਿੰਸ ਨੂੰ ਦਿੱਤੀ ਜਾਂ ਪ੍ਰੋਵਿੰਸ ਨੇ ਫੈਡਰਲ ਨੂੰ ਦਿੱਤੀ। ਤਾਂ ਉਹ ਟਰਾਂਸਫਰਸ ਜਿਹੜੀਆਂ ਹੈਗੀਆਂ ਉਹ ਡਿਸਾਈਡ ਕੀਤੀ ਜਾਂਦੀ ਕਿ ਕਿੰਨੀ ਪਰਸੈਂਟੇਜ ਹੋਏਗੀ ਕਿ ਹਾਂਜੀ ਇਹ ਪਰਸੈਂਟ ਜਿਹੜਾ ਹੈਗਾ ਮੈਂ ਕੈਲਗਰੀ ਨੇ ਸਪੋਜ਼ $100 ਮਿਲੀਅਨ ਇਕੱਠਾ ਕੀਤਾ ਹੈ, 100 ਮਿਲੀਅਨ ਦੇ ਵਿੱਚੋਂ 20% $20 ਮਿਲੀਅਨ ਪ੍ਰੋਵਿੰਸ ਨੂੰ ਦਿੱਤਾ ਜਾਵੇਗਾ ਕਿ ਸਾਡੀਆਂ ਹਾਈਵੇ ਮੇਨਟੇਨ ਕਰਦੇ ਆ ਉਹਦੇ ਵਾਸਤੇ ਹੈਗੇ ਨੇ। ਉਸ ਸਿਸਟਮ ਨੂੰ ਇੱਕ ਵਾਰੀ ਅਗਰ ਛੇੜਿਆ ਜਾਵੇ ਤਾਂ ਉਹ ਖਾਲੀ ਇੱਕ ਇਹ ਸਿੰਪਲ ਨਹੀਂ ਹੈ ਕਿ ਹਾਂਜੀ ਮਿਊਨਿਸਪਲ ਟੈਕਸ ਜਿਹੜਾ ਹੈਗਾ ਵੈ ਅਸੀਂ ਇੱਦਾਂ ਕਰੋ, ਮਿਊਨਿਸਪਲ ਤੋਂ ਕੱਢ ਕੇ ਪ੍ਰੋਵਿੰਸ 'ਤੇ ਲੈ ਜਾਓ। ਫਿਰ ਵਾਪਸ ਕੁਐਸਚਨ ਇਹੀ ਆਏਗਾ ਮੈਂ ਪ੍ਰੋਵਿੰਸ 'ਤੇ ਲੈ ਜਾਣਾ ਵਾ, ਫਿਰ ਪ੍ਰੋਵਿੰਸ ਮੈਨੂੰ ਪੈਸੇ ਮੈਨੂੰ ਦੇਗਾ ਵਾਪਸ, ਬਿਕਾਜ਼ ਮੈਂ ਆਪਣਾ ਸਿਟੀ ਵੀ ਚਲਾਉਣਾ ਹੈਗਾ, ਰਾਈਟ। ਬਿਲਕੁਲ। ਸੋ ਉਸ ਚੀਜ਼ ਨੂੰ ਕਰਨਾ ਜਾਂ ਉਹਨੂੰ ਇੰਪਲੀਮੈਂਟ ਕਰਨਾ ਬੜਾ ਲੰਬਾ ਕੰਮ ਹੈ। ਐਵਰੀਥਿੰਗ ਇਜ਼ ਪੋਸੀਬਲ। ਹਰ ਟੈਕਸ ਦੇ ਉੱਤੇ ਗੱਲ ਕਰਨੀ ਪੋਸੀਬਲ ਹੈ, ਹਰ ਟੈਕਸ ਨੂੰ ਕੈਲਕੂਲੇਟ ਕਰਨਾ, ਪਰ ਉਹਨੂੰ ਇੰਪਲੀਮੈਂਟੇਸ਼ਨ ਇਜ਼ ਨਾਟ ਈਜ਼ੀ ਇਨ ਦੇਅਰ।
ਪਰ ਅਗਰ ਸਪੋਜ਼ ਕਰੋ ਓਵਰਆਲ ਉਹਦਾ ਬੈਨੀਫਿਟ ਦੇਖਿਆ ਜਾਵੇ ਕਿ ਹਾਂਜੀ ਇਹਦੀ ਕੰਪਲਾਈਂਸ ਕਾਸਟ ਘੱਟ ਜਾਏਗੀ। ਹਾਂਜੀ ਜਿੱਦਾਂ ਹੁਣ ਸਪੋਜ਼ ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਹਾਂ, ਬੜੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਨਕਮ ਟੈਕਸ ਦੇ ਦੋ ਪੋਰਸ਼ਨ ਨੇ, ਇੱਕ ਫੈਡਰਲ ਟੈਕਸ ਹੈ, ਇੱਕ ਪ੍ਰੋਵਿੰਸ਼ੀਅਲ ਟੈਕਸ ਹੈ, ਅਲਬਰਟਾ ਟੈਕਸ ਹੈ। ਤੁਸੀਂ ਟੈਕਸ ਰਿਟਰਨ ਇੱਕੋ ਹੀ ਭਰਦੇ ਹੋ, ਤੁਸੀਂ ਦੋ ਰਿਟਰਨਾਂ ਨਹੀਂ ਭਰਦੇ ਹੈਗੇ। ਤੁਹਾਡੀ ਰਿਟਰਨ ਦੇ ਵਿੱਚ ਹੀ ਪ੍ਰੋਵਿੰਸ਼ੀਅਲ ਟੈਕਸ ਵੀ ਵਿੱਚ ਆਲਰੇਡੀ ਹੈਗਾ ਵੈ, ਉਹਦੇ ਵਿੱਚ ਨਾ ਤੁਸੀਂ ਪੇ ਕਰਦੇ ਪਏ ਹੋ। ਫੈਡਰਲ ਗਵਰਨਮੈਂਟ ਪ੍ਰੋਵਿੰਸ ਨੂੰ ਪੇ ਕਰਦੀ ਪਈ ਹੈ। ਨੋ ਜੇ ਮੈਂ ਤੁਹਾਨੂੰ ਕਹਾਂ ਕਿ ਅੱਧਾ ਕਰੀਏ ਉਹਨੂੰ ਵੱਖਰਾ ਵੱਖਰਾ ਕਰੀਏ, ਤੇ ਦੋ ਰਿਟਰਨਾਂ ਭਰਿਆ ਕਰੋਗੇ। ਦੋ ਰਿਟਰਨਾਂ ਦਾ ਮਤਲਬ ਕੀ ਹੈਗਾ, ਤੁਹਾਡੀ ਕਾਸਟ ਡਬਲ ਹੋ ਜਾਏਗੀ। ਤੁਹਾਡੀ ਦੋ ਰਿਟਰਨਾਂ ਦੀ ਹੁਣ ਕੋਈ ਫੀਸ ਚਾਰਜ ਕਰੇਗਾ ਜਾਂ ਤੁਹਾਨੂੰ ਸਭ ਕੁਝ ਯਾਦ ਰੱਖਣਾ ਪਵੇਗਾ, ਕੰਪਲਾਇੰਸ ਕਾਸਟ ਵੱਧ ਗਈ। ਇੱਦਾਂ ਹੀ ਮਿਊਨਿਸਪਲ ਟੈਕਸ ਨੇ। ਅਗਰ ਸਪੋਜ਼ ਆਪਾਂ ਉਹਨੂੰ ਪ੍ਰੋਪਰਟੀ ਟੈਕਸ ਨੂੰ ਉਸ ਪਾਸੇ ਨੂੰ ਲੈ ਕੇ ਜਾ ਰਹੇ ਹਾਂ, ਉਹਦੀ ਸ਼ਾਇਦ ਕੰਪਲਾਇੰਸ ਕੋਟ ਘਟੇਗੀ, ਬਿਕਾਜ਼ ਉੱਪਰ ਪ੍ਰੋਵਿੰਸ ਇੱਕੋ ਹੀ ਕਰ ਰਿਹਾ ਹੈਗਾ ਵੈ, ਤੁਹਾਨੂੰ ਮਿਊਨਿਸਪਲ ਨੂੰ ਕਰਨਾ ਨਹੀਂ ਪਏਗਾ। ਸੋ ਸ਼ਾਇਦ ਆਪਣੇ ਕੋਲ ਸੇਵਿੰਗਸ ਹੋ ਜਾਣਗੀਆਂ। ਅਗਰ ਓਵਰਆਲ ਉਹਦਾ ਬੈਨੀਫਿਟ ਹੁੰਦਾ ਵੈ, ਅਗਰ ਆਪਣੀ ਰੈਵਨਿਊ ਵੱਧਦੀ ਹੈ ਜਾਂ ਆਪਣੀ ਕੰਪਲਾਇੰਸ ਕੋਸਟ ਘਟਦੀ ਹੈ, then definitely it could be a good idea. But it does take many years ਜੀ। ਇਹ ਮਹੀਨੇ 2 ਮਹੀਨੇ ਜਾਂ 1 ਸਾਲ ਜਾਂ 2 ਸਾਲ ਦੀ ਗੱਲ ਨਹੀਂ ਆਪਾਂ ਕਰ ਰਹੇ ਹੈਗੇ ਆ। ਇਹਨੂੰ ਪੂਰੇ ਨੂੰ ਸਿਸਟਮ ਨੂੰ ਸਮਝਣਾ, ਉਹਨੂੰ ਇਹ 'ਤੇ ਸੁਜੈਸ਼ਨ ਦੇਣੀ ਆ, ਉਹ ਇਹ 'ਤੇ ਕੋਈ ਪੈਨਲ ਬੈਠੇਗਾ, ਉਹ ਕਰੇਗਾ, ਕੈਲਕੂਲੇਸ਼ਨਾਂ ਕਰਨੀਆਂ, ਈਅਰਸ ਲੱਗਦੇ ਨੇ ਜੀ। ਜੀ ਬਿਲਕੁਲ ਸੁਰੇਸ਼ ਜੀ, ਤੁਸੀਂ ਬਹੁਤ ਟਾਈਮ ਕੱਢਿਆ, ਸਟੂਡੀਓ ਪਹੁੰਚੇ, ਸਾਡੇ ਲਿਸਨਰਸ ਨੂੰ ਬੜਾ ਜਿਹੜਾ ਕੰਪਲੈਕਸ ਟੌਪਿਕਸ ਨੇ ਉਹਨਾਂ ਨੂੰ ਬੜੀ ਆਸਾਨੀ ਨਾਲ ਸਮਝਾ ਦਿੱਤਾ ਹੈਗਾ, ਇਨਫੋਰਮ ਕੀਤਾ ਉਹਨਾਂ ਨੂੰ। ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ ਫॉर ਹੈਵਿੰਗ ਮੀ ਜੀ। ਘਟਦਾ ਜਾ ਰਿਹਾ, ਫੰਡਿੰਗ ਵੀ ਘਟਦੀ ਜਾ ਰਹੀ ਹੈਗੀ ਹੈ, ਅਤੇ ਪ੍ਰੋਪਰਟੀ ਟੈਕਸ ਤੁਸੀਂ ਕਹਿੰਦੇ ਘਟਾਈ ਜਾਓ, ਅਤੇ ਅਸੀਂ ਰੈਵਨਿਊ ਕਿੱਥੋਂ ਜਨਰੇਟ ਕਰਨਾ। ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜੇ ਲੋੜ ਹੈ ਤਾਂ ਸਾਰਾ ਪ੍ਰੋਪਰਟੀ ਟੈਕਸ ਸਿਸਟਮ ਜੋ ਹੈ ਉਹਨੂੰ ਰੀਸੈਟ ਕਰ ਦਿਓ, ਜ਼ੀਰੋ ਤੋਂ, ਸਕਰੈਚ ਤੋਂ, ਫਿਰ ਤੋਂ ਬਣਾ ਦਿਓ। ਇਹ ਮੁਮਕਿਨ ਹੈ, ਇਹ ਪੋਸੀਬਲ ਹੈ, ਅਤੇ ਜੇ ਇਹ ਕਰਦੇ ਆ ਪ੍ਰੋਸੈਸ ਨੂੰ ਸ਼ੁਰੂ, ਤਾਂ ਕਿੰਨਾ ਕੁ ਚਿਰ ਲੱਗ ਸਕਦਾ। ਸੋ ਇੱਕ ਚੀਜ਼ ਜਿਹੜੀ ਅੰਡਰਸਟੈਂਡ ਕਰਨ ਵਾਲੀ ਜਿਹੜੀ ਟੈਕਸੇਸ਼ਨ ਸਿਸਟਮ ਦੀ ਨਾ, ਮੀਨਸ ਆਫ ਕੋਰਸ ਮੇਰਾ ਮਿਊਨਿਸਪਲ ਟੈਕਸਿਸ 'ਤੇ ਐਕਸਪੀਰੀਅੰਸ ਨਹੀਂ ਹੈਗਾ, ਲੇਕਿਨ ਮੈਂ ਟੈਕਸੇਸ਼ਨ ਸਿਸਟਮ ਦੀ ਗੱਲ ਕਰ ਸਕਦਾ ਵਾਂ ਕਿ ਓਵਰਆਲ ਟੈਕਸਿਸ ਕਿਸ ਤਰ੍ਹਾਂ ਲੱਗਦੇ ਨੇ। ਸੋ ਤੁਸੀਂ ਸਮਝਦੇ ਹੋ ਕਿ ਇਨਕਮ ਟੈਕਸ ਹੋ ਗਿਆ, ਅਸੀਂ ਨੂੰ ਇੱਕ ਡਾਇਰੈਕਟ ਟੈਕਸ ਕਹਿੰਦੇ ਹੈਗੇ ਆ। ਤੁਸੀਂ GST ਸਮਝਦੇ ਹੋ, ਜਿਹੜੀ ਆਮ ਆਦਮੀ ਸਮਝਦਾ ਇਨਡਾਇਰੈਕਟ ਟੈਕਸ ਹੈਗੇ ਨੇ। ਦੈਨ ਦੇਰ ਇਜ਼ ਅ ਪੇ ਪਰ ਯੂਜ਼ ਟੈਕਸ। ਪੇ ਪਰ ਯੂਜ਼ ਟੈਕਸ ਕਿ ਹਾਂਜੀ ਤੁਸੀਂ ਸਰਵਿਸ ਨੂੰ ਯੂਜ਼ ਕੀਤੀ ਹੈ, ਜਦੋਂ ਸਪੋਜ਼ ਤੁਸੀਂ ਐਂਬੂਲੈਂਸ ਯੂਜ਼ ਕੀਤੀ ਹੈ, ਤੁਸੀਂ ਐਂਬੂਲੈਂਸ ਦੀ ਫੀ ਪੇ ਕਰਦੇ ਪਏ ਹੋ, ਉਹਨੂੰ ਇੱਕ ਪੇ ਪਰ ਯੂਜ਼ ਨਾਲ ਕਹਿ ਸਕਦੇ ਹਾਂ। ਜਾਂ ਸਪੋਜ਼ ਤੁਸੀਂ ਹੋਟਲ ਦੇ ਵਿੱਚ ਜਾਂਦੇ ਹੋ, ਤੁਸੀਂ ਇੱਕ ਹੋਟਲ ਟੈਕਸ ਪੇ ਕਰਦੇ ਹੋ, ਉਹ ਤੁਸੀਂ ਹੋਟਲ ਨੂੰ ਕਮਰਾ ਲਵੋਗੇ ਤਾਂ ਹੀ ਤੁਸੀਂ ਟੈਕਸ ਪੇ ਕਰੋਗੇ। ਜਾਂ ਐਂਟਰਟੇਨਮੈਂਟ ਟੈਕਸ ਕਹਿ ਲਓ ਤੁਸੀਂ, ਆਪਣਾ ਇੱਕ ਹੋਰ ਟੈਕਸ ਹੈਗਾ ਨਾ। ਸੋ ਟੈਕਸਿਸ ਬੜੇ ਹੈਗੇ ਇਸ ਤਰ੍ਹਾਂ ਚੀਜ਼ ਦੇ ਨਾਲ। ਇੱਦਾਂ ਹੀ ਆਪਣਾ ਮਿਊਨਿਸਪਲ ਟੈਕਸ ਜਿਹੜੇ ਹੈਗੇ ਨੇ, ਆਪਣੀ ਐਜੂਕੇਸ਼ਨ ਟੈਕਸ ਹੈ, ਪ੍ਰੋਪਰਟੀ ਟੈਕਸ ਹੈ, ਹੋਰ ਟੈਕਸਿਸ ਹੈਗੇ ਨੇ। ਨਾ ਟੈਕਸੇਸ਼ਨ ਸਿਸਟਮ ਮੈਂ ਤੁਹਾਨੂੰ ਥੋੜ੍ਹੀਆਂ ਐਗਜ਼ਾਮਪਲਾਂ ਦਿੱਤੀਆਂ ਮੈਂ, ਲੇਕਿਨ ਦੇਰਜ਼ ਅ ਮੈਨੀ ਮੋਰ ਟੈਕਸਿਸ ਜਿਹੜੀ ਹੈਗੇ ਨਾ ਉਹਦੇ ਵਿੱਚ ਹੈਗੇ। ਹੁਣ ਉਸ ਟੈਕਸਿਸ ਦੇ ਵਿੱਚ ਕੁਝ ਟੈਕਸਿਸ ਜਿਹੜੇ ਹੈਗੇ ਨੇ ਮਿਊਨਿਸਪਲ ਲੈਵਲ 'ਤੇ ਹੁੰਦੇ ਨੇ, ਜਿਹੜੇ ਮੀਨਸ ਆਪਣਾ ਕੈਲਗਰੀ ਲੈਵਲ ਦੇ ਉੱਤੇ ਹੋ ਗਏ, ਸਪੋਜ਼ ਕਰੋ ਆਪਣੇ ਉੱਤੇ। ਕੁਛ ਹੋ ਗਏ ਪ੍ਰੋਵਿੰਸ਼ੀਅਲ ਲੈਵਲ ਵਿੱਚ ਅਲਬਰਟਾ ਟੈਕਸ, ਜਿਹੜੇ ਅਲਬਰਟਾ ਵਾਲੇ ਲਗਾਉਂਦੇ ਹੈਗੇ ਨੇ। ਜਿੱਦਾਂ ਹੁਣ ਸਪੋਜ਼ ਪ੍ਰੋਪਰਟੀ ਟੈਕਸ ਦੇ ਵਿੱਚ ਐਜੂਕੇਸ਼ਨ ਦਾ ਪੋਰਸ਼ਨ ਹੈ, ਉਹ ਮਿਊਨਿਸਪਲ ਦਾ ਪੋਰਸ਼ਨ ਵੀ ਹੈ ਅਤੇ ਪ੍ਰੋਵਿੰਸ਼ੀਅਲ ਪੋਰਸ਼ਨ ਵੀ ਹੈ। ਦੈਨ ਜਿਹੜੀ ਅੱਗੇ ਫੈਡਰਲ ਟੈਕਸ ਜਿਹੜੀ ਕੈਨੇਡਾ ਗਵਰਨਮੈਂਟ ਲਗਾਉਂਦੀ ਹੈਗੀ ਹੈ। ਉਹ ਟੈਕਸੇਸ਼ਨ ਸਿਸਟਮ ਦੇ ਜਿਹੜਾ ਇਜ਼ ਬੜਾ ਕੰਪਲੀਕੇਟਿਡ ਹੈ ਕਿ ਉਹਨੂੰ ਨਾ ਜਦੋਂ ਵੀ ਕੋਈ ਸਿਸਟਮ ਨੂੰ ਚੇਂਜ ਕਰਨਾ ਵੈ, ਉਸ ਤੋਂ ਬਾਅਦ ਇਹ ਹੁੰਦਾ ਹੈਗਾ ਵੈ ਕਿ ਕੁਝ ਪੋਰਸ਼ਨ, ਜਿੱਦਾਂ ਹੁਣ ਅਸੀਂ ਮਿਊਨਿਸਪੈਲਿਟੀ ਦੇ ਵਿੱਚ ਆਪਾਂ ਪ੍ਰੋਪਰਟੀ ਟੈਕਸ ਕਲੈਕਟ ਕਰ ਰਹੇ ਹਾਂ, ਅਤੇ ਡੀਅਰਫੁੱਟ ਜਿੱਦਾਂ ਸਪੋਜ਼ ਹੈਗੀ ਉਹ ਪ੍ਰੋਵਿੰਸ ਉਹਨੂੰ ਮੈਨੇਜ ਕਰ ਰਿਹਾ ਹੈਗਾ ਵੈ। ਸੋ ਆਪਾਂ ਕੁਝ ਪੋਰਸ਼ਨ ਉਹਨੂੰ ਦੇ ਰਹੇ ਹਾਂ, ਠੀਕ ਹੈ। ਉਹਨੂੰ ਅਸੀਂ ਕਹਿੰਦੇ ਹਾਂ ਟਰਾਂਸਫਰਸ ਮਤਲਬ ਪ੍ਰੋਵਿੰਸ ਨੇ ਮਿਊਨਿਸਪਲ ਨੇ ਪ੍ਰੋਵਿੰਸ ਨੂੰ ਦਿੱਤੀ, ਜਾਂ ਫੈਡਰਲ ਨੇ ਪ੍ਰੋਵਿੰਸ ਨੂੰ ਦਿੱਤੀ, ਜਾਂ ਪ੍ਰੋਵਿੰਸ ਨੇ ਫੈਡਰਲ ਨੂੰ ਦਿੱਤੀ। ਤਾਂ ਉਹ ਟਰਾਂਸਫਰਸ ਜਿਹੜੀਆਂ ਹੈਗੀਆਂ ਉਹ ਡਿਸਾਈਡ ਕੀਤੀ ਜਾਂਦੀ ਕਿ ਕਿੰਨੀ ਪਰਸੈਂਟੇਜ ਹੋਏਗੀ, ਕਿ ਹਾਂਜੀ ਇਹ ਪਰਸੈਂਟ ਜਿਹੜਾ ਹੈਗਾ ਮੈਂ ਕੈਲਗਰੀ ਨੇ ਸਪੋਜ਼ $100 ਮਿਲੀਅਨ ਇਕੱਠਾ ਕੀਤਾ ਹੈ, 100 ਮਿਲੀਅਨ ਦੇ ਵਿੱਚੋਂ 20% $20 ਮਿਲੀਅਨ ਪ੍ਰੋਵਿੰਸ ਨੂੰ ਦਿੱਤਾ ਜਾਵੇਗਾ ਕਿ ਸਾਡੀਆਂ ਹਾਈਵੇ ਮੇਨਟੇਨ ਕਰਦੇ ਹੈਗੇ, ਉਹਦੇ ਵਾਸਤੇ ਹੈਗੇ ਨੇ। ਉਸ ਸਿਸਟਮ ਨੂੰ ਇੱਕ ਵਾਰੀ ਅਗਰ ਛੇੜਿਆ ਜਾਵੇ ਤਾਂ ਉਹ ਖਾਲੀ ਇੱਕ ਇਹ ਸਿੰਪਲ ਨਹੀਂ ਹੈ ਕਿ ਹਾਂਜੀ ਮਿਊਨਿਸਪਲ ਟੈਕਸ ਜਿਹੜਾ ਹੈਗਾ ਵੈ ਅਸੀਂ ਇੱਦਾਂ ਕਰੋ, ਮਿਊਨਿਸਪਲ ਤੋਂ ਕੱਢ ਕੇ ਪ੍ਰੋਵਿੰਸ 'ਤੇ ਲੈ ਜਾਓ। ਫਿਰ ਵਾਪਸ ਕੁਐਸਚਨ ਇਹੀ ਆਏਗਾ, ਮੈਂ ਪ੍ਰੋਵਿੰਸ 'ਤੇ ਲੈ ਜਾਣਾ ਵਾ, ਫਿਰ ਪ੍ਰੋਵਿੰਸ ਮੈਨੂੰ ਪੈਸੇ ਮਿਲਦੇ ਹੈਗਾ ਵਾਪਸ, ਬਿਕਾਜ਼ ਮੈਂ ਆਪਣਾ ਸਿਟੀ ਵੀ ਚਲਾਉਣਾ ਹੈਗਾ, ਰਾਈਟ। ਬਿਲਕੁਲ। ਸੋ ਉਸ ਚੀਜ਼ ਨੂੰ ਕਰਨਾ ਜਾਂ ਉਹਨੂੰ ਇੰਪਲੀਮੈਂਟ ਕਰਨਾ ਬੜਾ ਲੰਬਾ ਕੰਮ ਹੈ। ਐਵਰੀਥਿੰਗ ਇਜ਼ ਪੋਸੀਬਲ। ਹਰ ਟੈਕਸ ਦੇ ਉੱਤੇ ਗੱਲ ਕਰਨੀ ਪੋਸੀਬਲ ਹੈ, ਹਰ ਟੈਕਸ ਨੂੰ ਕੈਲਕੂਲੇਟ ਕਰਨਾ, ਪਰ ਉਹਨੂੰ ਇੰਪਲੀਮੈਂਟੇਸ਼ਨ ਇਜ਼ ਨਾਟ ਈਜ਼ੀ ਇਨ ਦੇਅਰ। ਪਰ ਅਗਰ ਸਪੋਜ਼ ਕਰੋ ਓਵਰਆਲ ਉਹਦਾ ਬੈਨੀਫਿਟ ਦੇਖਿਆ ਜਾਵੇ ਕਿ ਹਾਂਜੀ ਇਹਦੀ ਕੰਪਲਾਇੰਸ ਕਾਸਟ ਘੱਟ ਜਾਏਗੀ। ਹਾਂਜੀ ਜਿੱਦਾਂ ਹੁਣ ਸਪੋਜ਼ ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਹਾਂ,
ਬੜੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਨਕਮ ਟੈਕਸ ਦੇ ਦੋ ਪੋਰਸ਼ਨ ਨੇ, ਇੱਕ ਫੈਡਰਲ ਟੈਕਸ ਹੈ, ਇੱਕ ਪ੍ਰੋਵਿੰਸ਼ੀਅਲ ਟੈਕਸ ਹੈ, ਅਲਬਰਟਾ ਟੈਕਸ ਹੈ। ਤੁਸੀਂ ਟੈਕਸ ਰਿਟਰਨ ਇੱਕੋ ਹੀ ਭਰਦੇ ਹੋ, ਤੁਸੀਂ ਦੋ ਰਿਟਰਨਾਂ ਨਹੀਂ ਭਰਦੇ ਹੈਗੇ। ਤੁਹਾਡੀ ਰਿਟਰਨ ਦੇ ਵਿੱਚ ਹੀ ਪ੍ਰੋਵਿੰਸ਼ੀਅਲ ਟੈਕਸ ਵੀ ਵਿੱਚ ਆਲਰੇਡੀ ਹੈਗਾ ਵੈ, ਉਹਦੇ ਵਿੱਚ ਨਾ ਤੁਸੀਂ ਪੇ ਕਰਦੇ ਪਏ ਹੋ। ਫੈਡਰਲ ਗਵਰਨਮੈਂਟ ਪ੍ਰੋਵਿੰਸ ਨੂੰ ਪੇ ਕਰਦੀ ਪਈ ਹੈ ਨਾ। ਜੇ ਮੈਂ ਤੁਹਾਨੂੰ ਕਹਾਂ ਕਿ ਅੱਧਾ ਕਰੀਏ, ਉਹਨੂੰ ਵੱਖਰਾ ਵੱਖਰਾ ਕਰੀਏ, ਤਾਂ ਦੋ ਰਿਟਰਨਾਂ ਭਰਿਆ ਕਰੋਗੇ। ਦੋ ਰਿਟਰਨਾਂ ਦਾ ਮਤਲਬ ਕੀ ਹੈਗਾ, ਤੁਹਾਡੀ ਕਾਸਟ ਡਬਲ ਹੋ ਜਾਏਗੀ। ਤੁਹਾਡੀ ਦੋ ਰਿਟਰਨਾਂ ਦੀ ਹੁਣ ਕੋਈ ਫੀਸ ਚਾਰਜ ਕਰੇਗਾ ਜਾਂ ਤੁਹਾਨੂੰ ਸਭ ਕੁਝ ਯਾਦ ਰੱਖਣਾ ਪਵੇਗਾ, ਕੰਪਲਾਇੰਸ ਕਾਸਟ ਵੱਧ ਗਈ। ਇੱਦਾਂ ਹੀ ਮਿਊਨਿਸਪਲ ਟੈਕਸ ਨੇ। ਅਗਰ ਸਪੋਜ਼ ਆਪਾਂ ਉਹਨੂੰ ਪ੍ਰੋਪਰਟੀ ਟੈਕਸ ਨੂੰ ਉਸ ਪਾਸੇ ਨੂੰ ਲੈ ਕੇ ਜਾ ਰਹੇ ਹਾਂ, ਉਹਦੀ ਸ਼ਾਇਦ ਕੰਪਲਾਇੰਸ ਕੋਟ ਘਟੇਗੀ, ਬਿਕਾਜ਼ ਉੱਪਰ ਪ੍ਰੋਵਿੰਸ ਇੱਕੋ ਹੀ ਕਰ ਰਿਹਾ ਹੈਗਾ ਵੈ, ਤੁਹਾਨੂੰ ਮਿਊਨਿਸਪਲ ਨੂੰ ਕਰਨਾ ਨਹੀਂ ਪਏਗਾ। ਸੋ ਸ਼ਾਇਦ ਆਪਣੇ ਕੋਲ ਸੇਵਿੰਗਸ ਹੋ ਜਾਣਗੀਆਂ। ਅਗਰ ਓਵਰਆਲ ਉਹਦਾ ਬੈਨੀਫਿਟ ਹੁੰਦਾ ਵੈ, ਅਗਰ ਆਪਣੀ ਰੈਵਨਿਊ ਵੱਧਦੀ ਹੈ ਜਾਂ ਆਪਣੀ ਕੰਪਲਾਇੰਸ ਕੋਸਟ ਘਟਦੀ ਹੈ, then definitely it could be a good idea. But it does take many years ਜੀ। ਇਹ ਮਹੀਨੇ 2 ਮਹੀਨੇ ਜਾਂ 1 ਸਾਲ ਜਾਂ 2 ਸਾਲ ਦੀ ਗੱਲ ਨਹੀਂ ਆਪਾਂ ਕਰ ਰਹੇ ਹੈਗੇ ਆ। ਇਹਨੂੰ ਪੂਰੇ ਨੂੰ ਸਿਸਟਮ ਨੂੰ ਸਮਝਣਾ, ਉਹਨੂੰ ਇਹ 'ਤੇ ਸੁਜੈਸ਼ਨ ਦੇਣੀ ਆ, ਉਹ ਇਹ 'ਤੇ ਕੋਈ ਪੈਨਲ ਬੈਠੇਗਾ, ਉਹ ਕਰੇਗਾ, ਕੈਲਕੂਲੇਸ਼ਨਾਂ ਕਰਨੀਆਂ, ਈਅਰਸ ਲੱਗਦੇ ਨੇ ਜੀ। ਜੀ ਬਿਲਕੁਲ। ਸੁਰੇਸ਼ ਜੀ, ਤੁਸੀਂ ਬਹੁਤ ਟਾਈਮ ਕੱਢਿਆ, ਸਟੂਡੀਓ ਪਹੁੰਚੇ, ਸਾਡੇ ਲਿਸਨਰਸ ਨੂੰ ਬੜਾ ਜਿਹੜਾ ਕੰਪਲੈਕਸ ਟੌਪਿਕਸ ਨੇ ਉਹਨਾਂ ਨੂੰ ਬੜੀ ਆਸਾਨੀ ਨਾਲ ਸਮਝਾ ਦਿੱਤਾ ਹੈਗਾ, ਇਨਫੋਰਮ ਕੀਤਾ ਉਹਨਾਂ ਨੂੰ। ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ ਫॉर हैविंग मी।